ਨਿਰਤਨ ਆਦਰ ਕੋਈ ਨ ਦੇ। ਇਹ ਭਾਈ ਨਾਮ ਰੂਪ ਧਨ ਤੋਂ ਹੀਨ ਮਨੁੱਖ ਨੂੰ ਤਤ ਬੇਤੀਆਂ ਦੀ ਸੰਗਤ ਦੇ ਵਿੱਚ ਪਰਲੋਕ ਦੇ ਵਿੱਚ ਕੋਈ ਵੀ ਆਦਰ ਸਤਿਕਾਰ ਨਹੀਂ ਦਿੰਦਾ। ਲੱਖ ਯਤਨ ਕਰੈ ਉਹ ਚੇਤਨ ਤਰੇ। ਨਾਮ ਰੂਪ ਧਨ ਤੋਂ ਹੀਨ ਮਨੁੱਖ ਭਾਵੇਂ ਦਿਖਾਵੇ ਮਾਤਰ ਸਾਧਨ ਕਰਨ ਰੂਪ ਲੱਖਾਂ ਯਤਨ ਵੀ ਕਰ ਲੈਣ, ਪਰ ਧਨ ਵਾਲਾ ਤਤ ਬੇਤਾ ਇਸ ਨਾਲ ਆਪਣਾ ਚਿੱਤ ਨਹੀਂ ਧਰਦਾ। ਭਾਵ ਉਹ ਇਸ ਨੂੰ ਚਿੱਤ ਵਿੱਚ ਨਹੀਂ ਲਿਆਉਂਦਾ ਕਿ ਕਿਤੇ ਗੱਲਾਂ ਵਿੱਚ ਲਾ ਕੇ ਪ੍ਰਭੂ ਵੱਲੋਂ ਭੁਲਾ ਨਾ ਦੇਵੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਜਾਉ ਨਿਰਧਨ ਸਰ ਧਨ ਕੈ ਜਾਏ। ਜਦੋਂ ਨਾਮ ਧਨ ਤੋਂ ਹੀਣਾ ਮਨੁੱਖ ਸ੍ਰੇਸ਼ਟ ਨਾਮ ਧਨ ਵਾਲੇ ਮਹਾਤਮਾ ਦੇ ਪਾਸ ਜਾਂਦਾ ਹੈ, ਅੱਗੇ ਬੈਠਾ ਪੀਠ ਫਿਰਾਏ। ਤਦੋਂ ਅੱਗੇ ਉਹ ਨਾਮ ਧਨ ਵਾਲਾ ਪਿੱਠ ਫੇਰ ਲੈਂਦਾ ਹੈ ਕਿ ਕਿਤੇ ਮੈਨੂੰ ਦੁਨਿਆਵੀ ਗੱਲਾਂ ਵਿੱਚ ਲਾ ਕੇ ਪਰਮਾਤਮਾ ਦਾ ਨਾਮ ਨਾ ਭੁਲਾ ਦੇਵੇ। ਜਾਉ ਸਰ ਧਨ ਨਿਰਧਨ ਕੈ ਜਾਏ। ਜਦੋਂ ਕਿਤੇ ਨਾਮ ਧਨ ਵਾਲਾ ਤਤ ਬੀਤਾ ਅਚਨਚੇਤ ਨਾਮ ਧਨ ਤੋਂ ਹੀਨ ਮਨੁੱਖ ਦੇ ਘਰ ਚਲਾ ਜਾਵੇ। ਦੀਆਂ ਆਦਰਾਂ ਲਿਆ ਬੁਲਾਏ। ਤਦੋਂ ਉਹ ਆਦਰ ਦੇ ਕੇ ਪਾਸ ਬੁਲਾ ਲੈਂਦਾ ਹੈ ਕਿ ਇਹ ਮੇਰੀ ਕਲਿਆਣ ਕਰ ਦੇਣਗੇ। ਨਿਰਧਨ ਸਰ ਧਨ ਦੋਨੋਂ ਭਾਈ। ਇਹ ਭਾਈ ਵਾਸਤਵ ਦੇ ਵਿੱਚ ਨਾਮ ਧਨ ਤੋਂ ਹੀਨ ਅਤੇ ਨਾਮ ਧਨ ਦੇ ਲਾਭ ਨੂੰ ਪ੍ਰਾਪਤ ਕਰਨ ਵਾਲਾ ਦੋਵੇਂ ਚੇਤਨ ਦੀ ਅੰਸ਼ ਹੋਣ ਕਰਕੇ ਆਪਸ ਦੇ ਵਿੱਚ ਭਾਈ ਭਾਈ ਨੇ, ਭਰਾ ਭਰਾ ਹਨ, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰ ਹਾਈ। ਬ੍ਰਹਮ ਕੀ ਕਾਲਾ ਨਾ ਮਿਟੀ ਜਾਈ। ਪਰ ਪਰਮਾਤਮਾ ਦੀ ਸ਼ਕਤੀ ਕਿਸੇ ਕੋਲੋਂ ਮਿਟੀ ਨਹੀਂ ਜਾ ਸਕਦੀ। ਭਾਵ ਜੋ ਉਸ ਪ੍ਰਭੂ ਨੂੰ ਚੰਗਾ ਲੱਗਾ ਹੈ ਉਸ ਨੂੰ ਆਪਣੇ ਨਾਮ ਧਨ ਦੀ ਦਾਤ ਦੇਣਾ ਕਰਦਾ ਹੈ। ਕਹੈ ਕਬੀਰਾ ਨਿਰਧਨ ਹੈ ਸੋਈ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸਲ ਵਿੱਚ ਉਹੀ ਮਨੁੱਖ ਧਨ ਤੋਂ ਹੀਨ ਕੰਗਾਲ ਹੈ। ਜਾਗੇ ਹਿਰਦੈ ਨਾਮ ਨ ਹੋਈ। ਜਿਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦੇ ਨਾਮ ਦੀ ਪ੍ਰੀਤੀ ਨਹੀਂ ਹੁੰਦੀ ਹੈ। ਗੁਰ ਸੇਵਾ ਤੇ ਭਗਤ ਕਮਾਈ। ਹੇ ਭਾਈ, ਇਸ ਮਨੁੱਖਾ ਜਨਮ ਦੇ ਵਿੱਚ ਗੁਰਾਂ ਦੀ ਸੇਵਾ ਟਹਿਲ ਕਰੋ ਅਤੇ ਭਗਤੀ ਦੀ ਕਮਾਈ ਕਾਲਣਾ ਕਾਲੋ। ਤਬੇ ਮਾਨਸ ਦੇਹੀ ਪਾਈ। ਤਦੋਂ ਇਹ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੋਈ ਸਫਲੀ ਹੈ, ਅਥਵਾ ਅਨਵੇਂ ਅਨੁਸਾਰ ਅਰਥ ਇਸ ਤਰ੍ਹਾਂ ਲੱਗੇਗਾ, ਤਬ ਇਹ ਮਾਨਸ ਦੇਹੀ ਪਾਈ। ਤਦੋਂ ਹੀ ਇਹ ਮਨੁੱਖਾ ਦੇਹੀ ਕਾਇਆ ਪਾਈ ਹੋਈ ਸਫਲੀ ਹੈ। ਗੁਰ ਸੇਵਾ ਤੇ ਭਗਤ ਕਮਾਈ। ਜੇਕਰ ਗੁਰੂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਜਾਵੇ ਨਹੀਂ ਤਾਂ ਕੋਈ ਲਾਭ ਨਹੀਂ ਹੈ। ਮਰ ਨਾ ਜਾਹੀ ਜਿਨ ਬਿਸਰਤ ਰਾਮ। ਜਿਨ੍ਹਾਂ ਨੂੰ ਰਾਮ ਭੁੱਲਿਆ ਹੋਇਆ ਹੈ ਉਹ ਮਾਰੀ ਕਿਉਂ ਨਹੀਂ ਗਏ। ਨਾਮ ਬਿਹੂਨ ਜੀਵਨ
ਗੁਣ ਕੌਣ ਗਾਮ। ਵਾਹਿਗੁਰੂ ਜੀ ਦੇ ਨਾਮ ਤੋਂ ਬਿਨਾ ਜ਼ਿੰਦਗੀ ਜੀਉਣ ਦਾ ਕੀ ਕੰਮ ਹੈ ਭਲਾ ਦੁਨੀਆ ਦੇ ਵਿੱਚ। ਭਾਰੇ ਭੋਈ ਅਕਿਰਤ ਕਾਨ ਮੰਦੀ ਹੋ ਮੰਦੇ, ਉਹ ਤਾਂ ਧਰਤੀ ਦੇ ਭਾਰ ਬਣੇ ਹੋਏ ਨੇ। ਕਈ ਸੱਜਣ ਇਹਨਾਂ ਪੰਕਤੀਆਂ ਦੇ ਇੰਜ ਵੀ ਅਰਥ ਕਰਦੇ ਨੇ, ਜੋ ਗੁਰੂ ਸਿਧਾਂਤ ਅਨੁਸਾਰ ਠੀਕ ਨਹੀਂ ਟੁਕਦਾ ਕਿ ਜਦ ਗੁਰਾਂ ਦੀ ਸੇਵਾ ਅਤੇ ਭਗਤੀ ਦੀ ਕਮਾਈ ਕੀਤੀ ਤਦੋਂ ਇਹ ਮਨੁੱਖਾ ਦੇ ਹੀ ਪਾਉਣਾ ਕੀਤੀ। ਇਹ ਅਰਥ ਜੋ ਇਹ ਠੀਕ ਨਹੀਂ ਹਨ। ਸਤਿਗੁਰਾਂ ਦੀ ਸੇਵਾ ਕਰਕੇ ਤੇ ਪਰਮਾਤਮਾ ਦੀ ਭਗਤੀ ਕਰਕੇ ਤਾਂ ਜੰਮਣ ਮਰਨੀ ਮਿਟ ਜਾਂਦਾ ਹੈ। ਜੈਸਾ ਕਿ ਰਾਮ ਭਗਤ ਗੁਰ ਸੇਵਾ ਤਰਨਾ, ਜਾਂ ਗੁਰ ਸੇਵਾ ਕਰੋ ਫਿਰ ਕਾਲ ਨਾ ਖਾਏ। ਜਿਵੇਂ ਗੁਰੂਆਂ ਦਾ ਘੋੜਾ ਸੀਗਾ, ਛੇਵੇਂ ਪਾਤਸ਼ਾਹ ਦੇ 2 ਦਿਲ ਬਾਗ ਤੇ ਗੁਲਬਾ ਘੋੜੇ ਸੀਗੇ, ਉਹ ਮੁਕਤੀ ਹੋ ਗਏ। ਕਲਗੀਧਰ ਮਹਾਰਾਜ ਦਾ ਨੀਲਾ ਘੋੜਾ ਉਹ ਵੀ ਮੁਕਤ ਹੋ ਗਿਆ। ਤੋ ਇੰਜ ਜਿਨਨੇ ਸੇਵਾ ਕੀਤੀ, ਭਗਤੀ ਦੀ ਕਮਾਈ ਕੀਤੀ, ਉਹ ਤਾਂ ਮੁਕਤ ਹੋ ਗਿਆ। ਜਿਹੜੇ ਗੁਰੂ ਵਾਲੇ ਨਹੀਂ ਸਨ ਉਹਨਾਂ ਨੇ ਮਨੁੱਖਾ ਦੇਹ ਪਾ ਕੇ ਪੁੰਨਾਂ ਦੇ ਪ੍ਰਤਾਪ ਨਾਲ ਇਹ ਮਨੁੱਖਾ ਦੇਹ ਮਿਲੀ। ਫਿਰ ਗੁਰੂ ਨਾਨਕ ਸਾਹਿਬ ਦੀ ਪ੍ਰਾਪਤੀ ਕਰਕੇ ਉਹ ਮੁਕਤ ਹੋ ਗਏ। ਕਿਉਂਕਿ ਦੇਵੀ ਦੇਵਤੇ ਵੀ ਮੁਕਤ ਨਹੀਂ ਹਨ। ਜਿੰਨਾ ਚਿਰ ਗੁਰੂ ਪੂਰਾ ਨਹੀਂ ਮਿਲਦਾ ਉਹਨਾਂ ਚਿਰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਇਸ ਦੇਹੀ ਕਉ ਸਿਮਰਹਿ ਦੇਵ। ਇਹ ਭਾਈ ਇਸ ਮਨੁੱਖ ਦੇਹੀ ਨੂੰ ਤਾਂ ਦੇਵਤੇ ਵੀ ਯਾਦ ਕਰਦੇ ਨੇ ਕਿ ਸਾਨੂੰ ਵੀ ਇਹ ਮਨੁੱਖਾ ਦੇਹੀ ਪ੍ਰਾਪਤ ਹੋਵੇ, ਤਾਂ ਜੋ ਭਜਨ ਬੰਦਗੀ ਕਰਕੇ ਮੁਕਤੀ ਪ੍ਰਾਪਤ ਕਰੀਏ। ਜਿਸ ਸਮੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਵਸਾ ਰਹੇ ਸਨ, ਉਸ ਸਮੇਂ ਰੋਪੜ ਦੇ ਇਲਾਕੇ ਦਾ ਇੱਕ ਫਕੀਰ ਆਪਣੇ ਮਰੀਦਾਂ ਨਾਲ ਵਿਚਰਦਾ ਹੋਇਆ ਅਨੰਦਪੁਰ ਸਾਹਿਬ ਦੇ ਕੋਲ ਪਹੁੰਚਿਆ। ਉੱਥੇ ਸਿੱਖਾਂ ਪਾਸੋਂ ਪੁੱਛਿਆ ਕਿ ਸੁੰਦਰ ਮਹਲ ਸਰਾਵਾਂ ਕੌਣ ਬਣਵਾ ਰਿਹਾ। ਅੱਗੋਂ ਸਿੱਖਾਂ ਨੇ ਕਿਹਾ ਕਿ ਸਰਾਵਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਣਵਾ ਰਹੇ ਨੇ। ਫਕੀਰ ਨੇ ਹੈਰਾਨ ਜਿਹਾ ਹੋ ਕੇ ਕਿਹਾ ਕਿ ਤੁਸੀਂ ਗੁਰੂ ਕੋਲੋਂ ਮੇਰੇ ਇੱਕ ਪ੍ਰਸ਼ਨ ਦਾ ਉੱਤਰ ਪੁੱਛ ਕੇ ਰੱਖਿਓ ਕਿ ਗੁਰੂ ਕੀ ਤੇ ਪ੍ਰਵਿਰਤੀ ਕੀ। ਮੈਂ ਕੱਲ ਨੂੰ ਤੁਹਾਡੇ ਕੋਲੋਂ ਆ ਕੇ ਉੱਤਰ ਪੁੱਛਾਂਗਾ। ਤਦੋਂ ਸਿੱਖਾਂ ਨੇ ਸਤਿਗੁਰਾਂ ਦੇ ਪਾਸੋਂ ਪੁੱਛਿਆ ਕਿ ਗੁਰੂ ਜੀ, ਇੱਕ ਫਕੀਰ ਨੇ ਪ੍ਰਸ਼ਨ ਕੀਤਾ ਹੈ ਕਿ ਗੁਰੂ ਕੀ ਅਤੇ ਪ੍ਰਵਿਰਤੀ ਕੀ। ਉਹਨੇ ਦਾ ਉੱਤਰ ਪੁੱਛਿਆ ਹੈ। ਸਤਿਗੁਰੂ ਜੀ ਨੇ ਕਿਹਾ ਕਿ ਜਦੋਂ ਫਕੀਰ ਕੱਲ ਨੂੰ ਮਿਲੇ ਤਾਂ ਉਹਨੂੰ ਕਹਿਣਾ ਕਿ ਅਸੀਂ ਉਸ ਦੇ ਸਾਹਮਣੇ ਉੱਤਰ ਦਿਆਂਗੇ। ਜਿਹਨੇ ਉੱਤਰ ਲੈਣਾ ਉਹ ਸਾਡੇ ਕੋਲ ਚੱਲ ਕੇ ਆਵੇ। ਜਦੋਂ ਅਗਲੇ ਦਿਨ ਉਹ ਫਕੀਰ ਆਇਆ ਤਾਂ ਸਿੱਖਾਂ ਨੇ ਕਿਹਾ ਕਿ ਤੈਨੂੰ ਗੁਰੂ ਜੀ ਆਪ ਤੇਰੇ ਪ੍ਰਸ਼ਨ ਦਾ ਉੱਤਰ ਦੇਣਗੇ। ਉਸ ਵੇਲੇ ਸਿੱਖਾਂ ਦੇ ਨਾਲ ਗੁਰੂ ਜੀ ਦੇ ਪਾਸ ਪਹੁੰਚਿਆ। ਇਹਨੇ ਗੁਰੂ ਜੀ ਨੂੰ ਨਮਸਕਾਰ ਕਰਕੇ ਉਹੀ ਪ੍ਰਸ਼ਨ ਦੁਹਰਾਇਆ ਕਿ ਗੁਰੂ ਕੀ ਅਤੇ ਪ੍ਰਵਿਰਤੀ ਕੀ। ਤੁਹਾਡੇ ਵੱਡੇ ਸਤਿਗੁਰਾਂ ਦਾ ਉਪਦੇਸ਼ ਹੈ। ਮਹੱਲਾ ਦੂਜਾ। ਸ੍ਰੀ ਗੁਰੂ ਅੰਗਦ ਦੇਵ ਜੀ ਫਰਮਾਉਂਦੇ ਨੇ, ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ। ਜਿਨ੍ਹਾਂ ਨੇ ਇਸ ਦੁਨੀਆ ਤੋਂ ਚੱਲਣਾ ਜਾਣ ਲਿਆ ਉਹ ਭਲਾ ਵਿਸਤਾਰ ਫੈਲਾਵਟਾਂ ਕੀ ਕਰਦੇ ਨੇ। ਨਾਨਕ ਨਾਲ ਨਾ ਚੱਲਣੀ ਜਲ ਬਲ ਹੋਏ ਸ਼ਾਰ। ਇਸ ਲਈ ਆਪ ਜੀ ਏਡਾ ਵੱਡਾ ਸ਼ਹਿਰ ਵਸਾ ਰਹੇ ਹੋ। ਅੱਗੋਂ ਗੁਰੂ ਜੀ ਨੇ ਕਿਹਾ ਕਿ ਇਸ ਪ੍ਰਸ਼ਨ ਦਾ ਉੱਤਰ ਤੁਸੀਂ ਸੁਣਨਾ ਚਾਹੋਗੇ ਜਾਂ ਵੇਖਣਾ ਚਾਹੋਗੇ। ਉਹਨੇ ਕਿਹਾ ਵੀ ਜੇਕਰ ਦਿਖਾ ਦੇਵੋ ਤਾਂ ਇਸ ਤੋਂ ਚੰਗੀ ਹੋਰ ਕਿਹੜੀ ਗੱਲ ਹੋਵੇਗੀ। ਉਸ ਵੇਲੇ ਗੁਰੂ ਜੀ ਨੇ ਕਿਹਾ ਕਿ ਅੱਖਾਂ ਬੰਦ ਕਰੋ।
ਜਦੋਂ ਫਕੀਰ ਨੇ ਅੱਖਾਂ ਬੰਦ ਕੀਤੀਆਂ ਤਾਂ ਆਪਣੇ ਆਪ ਨੂੰ ਬਹਿਸ਼ਤ ਵਿੱਚ ਬੈਠਾ ਉਹਨੇ ਦੇਖਿਆ। ਉੱਥੇ ਸਾਹਮਣੇ ਸੋਨੇ ਅਤੇ ਹੀਰਿਆਂ ਨਾਲ ਜੜੇ ਹੋਏ ਇੱਕ ਪਲੰਘ ਉੱਪਰ ਬਹੁਤ ਰਾਜਸੀ ਠਾਠ ਨਾਲ ਇੱਕ ਆਦਮੀ ਬੈਠਾ ਹੋਇਆ ਸੀ, ਜਿਸ ਦੇ ਆਲੇ ਦੁਆਲੇ ਸੇਵਾ ਵਿੱਚ ਅਨੇਕਾਂ ਨੌਕਰ ਚਾਕਰ ਸਨ। ਜਦੋਂ ਨੌਕਰ ਸੇਵਾ ਕਰਕੇ ਚਲੇ ਗਏ ਤਦੋਂ ਫਕੀਰ ਨੇ ਉਸ ਮਨੁੱਖ ਤੋਂ ਪੁੱਛਿਆ ਕਿ ਤੂੰ ਐਸਾ ਕੀ ਪੁੰਨ ਕਰਮ ਕੀਤਾ ਹੈ? ਉਹਨੇ ਰੋ ਰੋ ਕਿਹਾ ਕਰਨਾ ਪੁੰਨ ਵਿੱਚ ਹੁੰਦੇ ਨੇ। ਮੈਂ ਜੀਵ ਸ਼ੇਰ ਸੀ, ਸ਼ੇਰ ਇੱਕ ਵਾਰ ਚੱਲ ਰਹੀ ਸੀ, ਗਏ ਪੈ ਰਹੇ ਸਨ। ਉਸ ਵੇਲੇ ਦੋ ਫਕੀਰ ਹਨੇਰੀ ਤੋਂ ਬਚਣ ਲਈ ਦੇ ਵਿੱਚ ਆ ਵੜੇ। ਐਵੇਂ ਆਪਣੀ ਖੁਰਾਕ ਫੜਨ ਲੱਗਾ। ਪਤਾ ਲੱਗਾ ਕਿ ਮੇਰੀ ਗੁਫਾ ਦੇ ਵਿੱਚ ਦੋ। ਮੈਂ ਸੋਚਿਆ ਮੈਂ ਅੰਦਰ ਗਿਆ ਤਾਂ ਫਕੀਰ ਮੇਰਾ ਪੈ ਜਾਣਗੇ, ਇਸ ਲਈ ਮੈਂ ਗੁਫਾ ਦੇ ਬਾਹਰ ਹੀ ਬੈਠ ਗਿਆ। ਸਾਰਾ ਮੀਂਹ ਵਰਿਆ, ਸਿਰ ਉੱਪਰ ਗੜੇ ਵੱਜਣ ਨਾਲ ਠੰਡ ਬਹੁਤੀ ਸੀਗੀ। ਉੱਥੇ ਹੀ ਮੇਰੀ ਥਾਂ ਮੌਤ ਹੋ ਗਈ। ਜਦੋਂ ਮੀਂਹ ਰੁਕਣ ਤੋਂ ਬਾਅਦ ਉਹ ਫਕੀਰ ਬਾਹਰ ਨਿਕਲੇ ਤਾਂ ਮੈਨੂੰ ਮਰਿਆ ਜਾਣ ਕੇ ਸਮਝ ਗਏ ਕਿ ਗੁਫਾ ਇਸ ਦੀ ਸੀ। ਇਹਨੇ ਸਾਡੀ ਰੱਖਿਆ ਲਈ ਆਪਣੀ ਜਾਨ ਦੇ ਦਿੱਤੀ ਹੈ। ਤਦੋਂ ਉਹਨਾਂ ਨੇ ਪਰਉਪਕਾਰ ਸਮਝ ਕੇ ਆਪਣੇ ਚਰਨ ਛੁਹਾ ਦਿੱਤੇ। ਉਸ ਪਰਉਪਕਾਰ ਬਦਲੇ ਮੈਨੂੰ ਇਹ ਸੁੱਖ ਪ੍ਰਾਪਤ ਹੋਇਆ। ਮੈਂ ਤੇ ਰੋ ਰਿਹਾ ਹਾਂ ਕਿ ਜੇਕਰ ਮੈਨੂੰ ਮਨੁੱਖਾ ਜੀਵਨ ਪ੍ਰਾਪਤ ਹੋ ਜਾਏ ਤਾਂ ਉਸ ਵਿੱਚ ਪੁੰਨ ਕਰਮ ਭਜਨ ਬੰਦਗੀ ਕਰਨ ਨਾਲ ਲੋਕਾਂ ਦੇ ਲਈ ਮਕਾਨ ਆਦਿ ਬਣਾ ਕੇ ਐਸਾ ਪੁੰਨ ਕਰਦਾ ਜਿਸ ਇੱਕ ਰਾਤ ਦੇ ਪੁੰਨ ਕਰਮ ਕਰਨ ਦੇ ਬਦਲੇ ਮੈਨੂੰ ਇੰਨੇ ਸੁੱਖ ਮਿਲੇ ਨੇ, ਉਹ ਮੈਂ ਸਾਰੀ ਉਮਰ ਹੀ ਕਰਦਾ, ਜਿਸ ਕਰਕੇ ਮੈਨੂੰ ਹੋਰ ਵੀ ਬਹੁਤ ਆਨੰਦ ਪ੍ਰਾਪਤ ਹੁੰਦਾ। ਇਹ ਦੇਖ ਕੇ ਫਕੀਰ ਨੇ ਉਹਨੂੰ ਨਮਸਕਾਰ ਕੀਤੀ ਤੇ ਅੱਖਾਂ ਖੋਲੀਆਂ। ਤਦੋਂ ਗੁਰੂ ਜੀ ਦੇ ਚਰਨਾਂ ਪਰ ਨਮਸਕਾਰ ਕਰਕੇ ਕਿਹਾ ਕਿ ਸਤਿਗੁਰੂ ਜੀ, ਮੈਨੂੰ ਉੱਤਰ ਮਿਲ ਹੀ ਨਹੀਂ ਗਿਆ, ਦੇਖ ਵੀ ਗਿਆ ਹੈ। ਤੁਸੀਂ ਬਹੁਤ ਪਰਉਪਕਾਰ ਕਰ ਰਹੇ ਹੋ, ਕਿਉਂਕਿ ਇਹ ਜੋ ਵੀ ਕਮਰੇ ਨੇ, ਸਰਾਵਾਂ ਨੇ, ਇਹ ਤੁਸੀਂ ਆਪਣੇ ਲਈ ਨਹੀਂ ਬਣਾ ਰਹੇ, ਤੁਸੀਂ ਸਾਧ ਸੰਗਤ ਵਾਸਤੇ ਤਿਆਰ ਕਰ ਰਹੇ ਹੋ। ਤੁਹਾਡੇ ਇਸ ਪਰਉਪਕਾਰ ਜਾਂ ਪੁੰਨ ਦੀ ਕਦੇ ਵੀ ਤੋਟ ਨਹੀਂ ਆਵੇਗੀ। ਇਉਂ ਉਹ ਫਕੀਰ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕਰਕੇ ਵਿਦਾ ਹੋ ਗਿਆ। ਸੋ ਭਾਵ ਇਹ ਹੈ ਕਿ ਉਸ ਵਰਗ ਵਿੱਚ ਬੈਠਾ ਹੋਇਆ ਵੀ ਮਨੁੱਖਾ ਜਨਮ ਨੂੰ ਤਰਸ ਰਿਹਾ ਹੈ। ਅੱਜ ਕੱਲ੍ਹ ਇੱਕ ਨਵਾਂ ਹੀ ਕੰਮ ਚੱਲਿਆ ਹੈ। ਆਮ ਗ੍ਰਸਤੀ ਬੰਦਾ ਤੇ ਰੈਂਟ ਤੇ ਕਮਰੇ ਚੜਾਉਂਦਾ, ਉਹਦਾ ਕਿਰਾਇਆ ਤਾਂ ਮਹੀਨੇ ਦਾ 1500 ਤੇ ਗੁਰੂ ਘਰਾਂ ਦੇ ਕਮਰੇ ਇੱਕ ਇੱਕ ਦਿਨ ਦਾ ਘੱਟ ਤੋਂ ਘੱਟ 500 ਰੁਪਇਆ ਕਿਰਾਇਆ। ਦੱਸੋ, ਗੋਲਕ ਦੀ ਮਾਇਆ ਸੰਗਤਾਂ ਕੋਲੋਂ ਉਗਰਾ ਕੇ ਬਿਲਡਿੰਗ ਬਣਾਈ ਹੈ। ਕਲਕੱਤੇ ਮੈਂ 700 ਰੁਪਇਆ ਦੇ ਕੇ ਰਿਹਾ, ਨਿੱਕੀ ਜੀ ਕਮਰੇ, 2 ਬੰਦਿਆਂ ਵਾਸਤੇ, ਤੀਜਾ ਹੇਠਾਂ ਸੁੱਤਾ। 700 ਰੁਪਇਆ, ਸੱਤੂ ਤਾਂ 21,000 ਇੱਕ ਮਹੀਨੇ ਦਾ ਹੈ। ਗੁਰਦੁਆਰਾ ਜਿੰਨੇ ਪੁੰਜੇ ਹਾਲ 'ਚ ਸੌਣਾ 100 ਰੁਪਇਆ ਉਹਦਾ, 3000 ਤਾਂ ਉਹਦਾ ਹੀ ਬਣ ਗਿਆ। ਪੁੱਛਣ ਵਾਲੇ ਪੁੱਛੋਗੇ ਜੀ ਰੋਟੀ ਖਾਂਦੇ ਨੇ, ਰੋਟੀ ਬੰਦਾ ਪੁੱਛੇ ਵੀ ਤੂੰ ਘਰੋਂ ਖਵਾਉਣਾ। ਗੁਰੂ ਨਾਨਕ ਸਾਹਿਬ ਦਾ ਲੰਗਰ ਹੈ, ਇਹ ਮਹਾਰਾਜ ਦਾ ਘਰ ਹੈ, ਸੱਚੇ ਪਾਤਸ਼ਾਹ ਜੀ ਦਾ। ਇਹਨੂੰ ਕਮਰਸ਼ੀਅਲ ਰੂਪ ਦੇ ਵਿੱਚ ਵਰਤਣਾ ਬਹੁਤ ਵੱਡਾ ਪਾਪ ਹੈ। ਭਾਵੇਂ ਕਿ ਆਪਾਂ ਸੋਚਦੇ ਹਾਂ ਕਿ ਗੁਰੂ ਘਰ ਵਿੱਚ ਹੀ ਕਮਾਈ ਲੱਗਦੀ ਹੈ, ਪਰ ਨਹੀਂ, ਸਾਡਾ ਮਨ ਲਾਲਚੀ ਹੈ।
पर नीवी ते सौड़ी सोच है गुरुद्वारियां दे कमरियां दा एक नवा धेला भी कराया नहीं होना चाहिए। हाँ वेख चाह के दिते जान लोड़वंद नूं परदेसी नूं जो यात्रा करन आए ने ते लिख के तो पहले ही लाया होया भी 3 दिन तो वध नहीं रह सकते। किन्ना कुछ कोई रह लेगा, कोई मजबूर बंदा ही रहिंदा जिन्होंने महाराज ने आपदा दिता वो कद रहेगा। इसलिए साफ सफाई तो संगतां ही करदियां, जे दरबार साहब करदियां तो कमरियां की किड्डी को वड्डी है। आखे जी सफाई का खर्चा जी, फिर कहिंदे बिल का एडा वड्डा बिल गुरुद्वारे का तो कमरियां का किड्डा क वड्डा आ जाऊगा। इस वास्ते साध संगत लई गुरु घर दे विच महाराज की मर्यादा है भी लंगर भी फ्री ते कमरा भी फ्री। चंडीगढ़ तो मैं नवा ही काम वेख्या, जिन्हें पर्ची कटाई होगी कमरे की थाली उन्होंने मिलूगी रोटी की। जे गुरु नानक साहब आके पुछ लैन भी भले मानसो तुसी इसका जवाब दिओ भी किहड़े काम च लगे हुए हो। साडे कोल कोई उत्तर नहीं है। मैं हजूर साहब जांदियां रस्ते दे विच कई जगह ते संतां महात्मा दे आश्रम देखे ने जिथे गुरु साहब का पावन प्रकाश हुंदा। ट्रक ड्राइवरां ने प्रसन्न हो के खुश हो के इन्नी सेवा की भी उन्होंने आपदी माया नाल ही गुरुद्वारे बिल्डिंगां खड़ियां कर दित्तियां। उत्थे उन्हां दे रहायश का प्रबंध, पानी का प्रबंध, नहाउण धोण का, गड्डियां खिलारन का। सो बाल्टी भावें पानी की चाह की रख के सड़क से खलो जाए गुरुद्वारा तो उत्थे बन जाता। संगतां काम तीन गां की तरह हैं। कैनेडा दे विच उत्थे भी काफ़ी सख्ती। मैं सोचना मना कोई मजबूर बंदा है कहना वो जने कोई नहीं, बिना ही पुछण दो कहना भी उत्थे पासे हो के पै जा। सो जेड़े उत्थे जाते हैं मॉन्ट्रियल उन्होंने आप दा वखरा ही गुरुद्वारा बनाता भी प्रबंधक रहन नहीं देंदे। मॉन्ट्रियल गुरुद्वारे साहब का ये नियम है भी उत्थे कोई नहीं पुछदा, जिन्ने दिन मर्जी कोई रहे, कोई कमरे का किराया नहीं, कोई गुरु के लंगर बारे नहीं पूछूगा क्योंकि बनाया ही उन्होंने जेड़े दुखी तंग परेशान बाहरों आए सीगे। तो इस वास्ते महाराज सच्चे पातशाह जी कहते ने कि भाई इस मनुखा जन्म का ये लाभ है। गृहस्थी नूं आग्या है कि आपदे घरों किसी लोड़वंद नूं संतां महात्मा नूं प्रशादा छकाए ते मजबूर बंदे नूं किते एमरजेंसी लोड़वंद नूं रहण दी जगह दे। गुरु घर तां है ही रब दा घर, इत्थे तां बड़ा किराया भाड़ा लेना या मुल लेना ये बिल्कुल मना है। सब कुछ पुन अर्थ होना चाहिए। सो महाराज सच्चे पातशाह कहंदे ने कि मनुखा दे ये जिहड़ी प्राप्त हुई तां सफल है जे महाराज की सेवा की जाऊ, भगती की जाऊगी। सेवा के नाम ते कमाई करनी मना है। जिवें संतां महात्मा का भी ये अजकल नवा ही कारज है। हस्पताल बनाउंदे ने गराई करके संगतां दे कोलों ते फीसां मोटियां मोटियां रख के ते कमाई का साधन शुरू कर लेंदे। होर स्कूल कॉलेज आदि संगत की माया नाल बनते हैं। साडे अमृतसर भी गुरु रामदास कॉलेज भी है ते हॉस्पिटल भी है। जिहड़े मैडिकल कॉलेज ने 50-50 लाख रुपया डोनेशन है। जिन्ना चिर बच्चा 50 लाख रुपया जमा नहीं कराऊगा उन्होंने एडमिशन नहीं मिलोगे। फीस वखरी, रोटी पानी का रहन का खर्चा वखरा। और जो मैंबरां दे कोटे विच बच्चे जाते हैं 30 लाख तो वह भी लैके फिर सिफारिश की सीट दबाउंदे। हॉस्पिटल दे विच भी ऐसा ही है। जो बाहर चलता टेस्टां दे उपर पैसे उजाड़ने, दवाइयां च कमीशन खानी, बिल्कुल सेम कमर्शियल दुनिया में पैसा गुरुद्वारे दा। बिल्डिंग की सेवा संगतां ने की,
ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਸੰਗਤਾਂ ਲਿਆ ਟੋਕਰੀ ਢੋ ਕੇ ਤੇ ਕਮਾਈ ਦਾ ਬੜਾ ਮਤਲਬ ਕੀ ਹੋਇਆ? ਉੱਥੇ ਤਾਂ ਲੋੜਵੰਦ ਦੀ ਲੋੜ ਪੂਰੀ ਹੋਣੀ ਚਾਹੀਦੀ। ਇਹਦੇ ਨੂੰ ਤਾਂ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਹੀ ਚੰਗੇ ਨੇ, ਜਿਹੜੇ ਡਾਂਗ ਤੇ ਡੇਰਾ। ਕੋਈ ਗੋਲਕ ਦਾ ਉਹਨਾਂ ਕੋਲ ਸਾਧਨ ਨਹੀਂ ਸੀਗਾ, ਕੋਈ ਕਮਾਈ ਦਾ ਸਾਧਨ ਨਹੀਂ। ਉਹਨਾਂ ਆਪ ਦੇ ਬਲਬੂਤੇ ਤੇ ਹੀ ਸੰਗਤਾਂ ਦੇ ਸਹਿਯੋਗ ਨਾਲ ਉਹ ਵੇਖੋ ਅੱਜ ਵੀ ਪਿੰਗਲਵਾੜਾ ਫ੍ਰੀ ਚੱਲ ਰਿਹਾ। ਸੋ ਜਿਹੜੇ ਲੂਲੇ ਲੰਗੜੇ ਪਿੰਗਲੇ ਉਹਨਾਂ ਦੀ ਸੇਵਾ ਸੰਭਾਲ ਹੋ ਰਹੀ ਹੈ। ਤੋ ਗੁਰੂ ਘਰਾਂ ਦੇ ਵਿੱਚ ਨਾ ਤਾਂ ਹੌਸਪੀਟਲ ਦੀ ਪਰਚੀ, ਨਾ ਡਾਕਟਰ ਦੀ ਫੀਸ, ਨਾ ਦਵਾਈ ਦਾ ਖਰਚਾ, ਨਾ ਬੱਚਿਆਂ ਦੀ ਪੜ੍ਹਾਈ ਦੀ ਫੀਸ, ਨਾ ਕਮਰੇ ਦਾ ਕਿਰਾਇਆ ਹੋਣਾ ਚਾਹੀਦਾ। ਜਿਹੜਾ ਇਹ ਲੈਂਦਾ ਉਹ ਪਾਪ ਕਰ ਰਿਹਾ ਔਰ ਉਹਨੂੰ ਲੇਖਾ ਦੇਣਾ ਪਊਗਾ। ਮਹਾਰਾਜ ਉਹਦੇ ਕੋਲ ਜਵਾਬ ਮੰਗੂਗਾ। ਗੁਰੂ ਮਹਾਰਾਜ ਕਥਨ ਕਰਦੇ ਹਨ, ਇਸ ਦੇਹੀ ਕਉ ਸਿਮਰਹਿ ਦੇਵਾ। ਇਹ ਜਿਹੜੀ ਮਨੁੱਖਾ ਦੀ ਹੈ, ਇਹਨੂੰ ਤਾਂ ਦੇਵਤੇ ਵੀ ਚਾਹੁੰਦੇ ਨੇ ਕਿ ਰੱਬ ਸਾਨੂੰ ਬੰਦਾ ਬਣਾਏ ਤੇ ਸਾਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਾਏ। ਆਪਾਂ ਵੀ ਗੁਰੂ ਘਰ ਦੀ ਸੇਵਾ ਕਰੀਏ। ਸੋ ਦੇਹੀ ਭਜ ਹਰ ਕੀ ਸੇਵਾ। ਇਸ ਲਈ ਹਰੀ ਦੀ ਸੇਵਾ ਕਰਕੇ, ਭਜਨ ਕਰਕੇ ਤੇ ਇਹ ਜਿਹੜੀ ਮਨੁੱਖਾ ਦੇਹੀ ਹੈ, ਇਸ ਨੂੰ ਸਫਲ ਕਰ ਲਵੋ ਭਾਈ। ਭਜਹੁ ਗੋਬਿੰਦਾ ਭੂਲ ਮਤ ਜਾਹੋ। ਸੋ ਦੇਹੀ ਉਹ ਮਨੁੱਖਾ ਦੇਹੀ ਸਾਨੂੰ ਪ੍ਰਾਪਤ ਹੋਈ ਹੈ। ਭਜ ਹਰ ਕੀ ਸੇਵ, ਜਿਸ ਵਿੱਚ ਹਰੀ ਪਰਮਾਤਮਾ ਦੀ ਭਗਤੀ ਰੂਪ ਟਹਿਲ ਅਤੇ ਜਸ ਨੂੰ ਸੇਵਨਾ ਜਪਨਾ ਕਰੋ ਜਾਂ ਹਰੀ ਦਾ ਭਜਨ ਕਰੋ। हे ਭਾਈ ਗੋਬਿੰਦ ਪਰਮਾਤਮਾ ਨੂੰ ਭਜੋ, ਸਿਮਰਨਾ ਕਰੋ। ਮੈਂ ਪੌਂਟਾ ਸਾਹਿਬ ਗੁਰਦੁਆਰੇ ਸਾਹਿਬ ਦੀ ਮੈਨੇਜਮੈਂਟ ਦਾ ਨਿਯਮ ਵੇਖਿਆ। ਉਹ ਕਮਰੇ ਦਾ ਕਿਰਾਇਆ ਨਹੀਂ ਲੈਂਦੇ, ਕਹਿੰਦੇ ਸਾਰੇ ਲੈਂਦੇ ਨੇ ਪਰ ਆਪਾਂ ਨਹੀਂ ਲਾਂਗੇ, ਕਿਉਂਕਿ ਮਹਾਰਾਜ ਦਾ ਘਰ ਹੈ। ਪੌਂਟਾ ਸਾਹਿਬ ਤੁਸੀਂ ਜਾਓਗੇ ਤੁਹਾਨੂੰ ਫ੍ਰੀ ਕਮਰਾ ਮਿਲੂਗਾ। ਆ ਲੁਧਿਆਣੇ ਕਿੰਨੀ ਕੁ ਦੂਰ ਹੈ ਗੁਰਦੁਆਰਾ ਦੁੱਖ ਨਿਵਾਰਨ, ਇੱਥੇ ਵੀ 500-700 ਰੁਪਈਆ ਕਿਰਾਇਆ ਰੱਖਿਆ ਹੋਇਆ ਹੈ। ਚੰਡੀਗੜ੍ਹ ਦਾ ਕੋਈ ਗੁਰੂ ਘਰ ਫ੍ਰੀ ਨਹੀਂ। ਇਸ ਲਈ ਮਹਾਰਾਜ ਕਹਿੰਦੇ ਭਾਈ ਸੇਵਾ ਕਰੋ ਤੇ ਭਜਨ ਕਰੋ। ਜਿਹੜਾ ਹੈ ਹੀ ਭਜਨ ਤੇ ਸੇਵਾ ਦਾ ਸਥਾਨ, ਉੱਥੇ ਕਮਾਈ ਦਾ ਸਾਧਨ ਨਹੀਂ ਹੋਣਾ ਚਾਹੀਦਾ। ਇਸ ਗੱਲ ਨੂੰ ਮਤਾ ਤੁਸੀਂ ਵਿਸਰ ਜਾਵੋ, ਭੁੱਲ ਜਾਵੋ। ਮਾਨਸ ਜਨਮ ਕਾ ਇਹੀ ਲਾਹੋ। ਮਨੁੱਖਾ ਜਨਮ ਦਾ ਇਹੀ ਲਾਭ ਹੈ। ਆ ਫਤਿਹਗੜ੍ਹ ਸਾਹਿਬ ਜੋੜ ਮੇਲਾ ਲੱਗਦਾ ਹੈ। ਵਿਚਾਰੇ ਗਰੀਬ ਗੁਰਬੇ ਤੱਪੜ ਵਿਛਾ ਕੇ ਨਿੱਕੇ ਨਿੱਕੇ ਖਿਡੌਣੇ 10-10 5-5 ਦੇ ਵੇਚਦੇ ਨੇ। ਉੱਥੇ ਮੈਂ ਵੇਖਿਆ ਵੀ ਨਿਕੰਮੇ ਬੰਦੇ ਗਲ 'ਚ ਝੋਲਾ ਪਾ ਕੇ, ਐਡੇ ਭੁੱਖੇ ਲੋਕ, ਉਹਨਾਂ ਕੋਲ ਰੁਪਈਆ ਗਰਾਉਂਦੇ ਹੋਣਗੇ ਵੀ ਲਿਆਓ ਤੁਸੀਂ ਦੁਕਾਨ ਲਾਈਏ। ਤੱਪੜ ਵਿਛਾ ਕੇ ਮਿੱਟੀ ਕੱਟੇ ਜਗਲੇ ਬੈਠੇ ਸਾਰੀ ਦਿਹਾੜੀ। ਸੰਗਤ ਨੇ ਖਰੀਦਾ ਫਰੋਖਤ ਕੀਤੀ ਤੇ ਪਰ ਉਹਦਾ ਵੀ ਕਿਰਾਇਆ ਹੈ। ਝੋਲਾ ਫੜ ਕੇ ਸ਼ਾਮ ਨੂੰ ਝੋਲੇ 'ਚ ਪਾਉਂਦੇ ਨੇ, ਭਰਦੇ ਨੇ, ਪਤਾ ਨਹੀਂ ਕਿੱਥੇ ਪੈਸਾ ਲੈ ਕੇ ਜਾਣਾ ਦੁਨੀਆ ਨੇ। ਕੋਈ ਵੀ ਪੁੰਨ ਅਰਥ ਨਹੀਂ, ਕੋਈ ਸੇਵਾ ਨਹੀਂ, ਸਭ ਕੋਈ ਨਾ ਕੋਈ ਮਤਲਬ ਹੈ। ਸਾਡਾ ਆਪ ਦਾ ਪ੍ਰਯੋਜਨ ਹੈ। ਮਹਾਰਾਜ ਕਹਿੰਦੇ ਵੀ ਬੰਦਾ ਬਣਨ ਦਾ ਕੀ ਫਾਇਦਾ, ਕੀ ਲਾਭ ਹੈ। ਲੋਕ ਵੇਖੋ ਕਿੱਥੋਂ ਅਮਰੀਕਾ ਤੋਂ ਲੰਗਰ ਲਾ ਰਹੇ ਨੇ ਕਿਸਾਨਾਂ ਵਾਸਤੇ। ਸੜਕਾਂ ਦੇ ਉੱਪਰ ਜਿਹੜੇ ਬੈਠੇ ਹੋਏ ਤੋ ਬੜੇ ਪਰਉਪਕਾਰੀ ਗ੍ਰਸਤੀ ਬੰਦੇ, ਤੇ ਆਪਾਂ ਗੁਰੂ ਘਰ ਦੇ ਵਿੱਚ ਮਨ ਲਾਲਚੀ ਕੀਤਾ ਹੋਇਆ ਹੈ। ਪਾਤਸ਼ਾਹ ਜੀ ਕਹਿੰਦੇ ਵੀ ਮਨੁੱਖਾ ਜਨਮ ਦਾ ਇਹ ਲਾਭ ਹੈ, ਕਿਸੇ ਦੇ ਬੰਦਾ ਕੰਮ ਆਵੇ। ਜਿਹੜਾ ਹੈ ਹੀ ਗੁਰਦੁਆਰੇ ਦਾ, ਉਹਦੀ ਤਾਂ ਭਲਾ ਪਣਤ ਕੀ ਕਰਨੀ, ਉਹ ਤਾਂ ਹੈ ਹੀ ਸਭਨਾਂ ਦੇ ਵਾਸਤੇ ਸਾਂਝਾ, ਸਭਨਾਂ ਦੇ ਕੰਮ ਵਾਸਤੇ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਜਬ ਲਗ ਜਰਾ ਰੋਗ ਨਹੀਂ ਆਇਆ। ਮਹਾਰਾਜ ਕਹਿੰਦੇ ਜਦੋਂ ਤੱਕ ਬੁਢੇਪੇ ਦਾ ਰੋਗ ਨਹੀਂ ਆਇਆ, ਹੱਥ ਕੰਬਣ ਨਹੀਂ ਲੱਗੇ, ਉਦੋਂ ਤੱਕ ਸੇਵਾ ਕਰੋ। ਤੇ ਜਦੋਂ ਦੁੱਧ ਦਾ ਪਾਣੀ ਦਾ ਗਲਾਸ ਹੀ ਫੜਿਆ ਡਿੱਗ ਪੈਣਾ, ਉਦੋਂ ਸੇਵਾ ਕੀ ਕਰੋਗੇ। ਭਾਵ ਬਿਰਧ ਅਵਸਥਾ ਜਦੋਂ ਤੱਕ ਨਹੀਂ ਆਈ, ਉਦੋਂ ਤੱਕ ਭਜਨ ਬੰਦਗੀ ਤੇ ਸੇਵਾ ਕਰੋ। ਜਬ ਲਗਾ ਕਾਲ ਗ੍ਰਸੀ ਨਹੀਂ ਕਾਇਆ। ਜਦੋਂ
तक मौत ने काया देह नहीं खाना की। मतलब जो बजुर्ग अवस्था आ गई तां भी सगों वधिया है, सारे कामां तो विले हो गए। तीजे पातशाह श्री गुरु अमरदास महाराज जी वांग जिन्हां 84 साल की उम्र दे विच गुरता गद्दी की जिम्मेवारी प्रारंभ की। 72 साल की उम्र तो 84 साल की उम्र तक तो सेवा निभाई सिख रूप दे विच। फिर 84 साल की उम्र तो बाद 105 साल की उम्र तक गुरता गद्दी की जिम्मेवारी निभाई। इसलिए महाराज कहते भी जे बुजुर्ग हो गए तो कोई वड्डी बात नहीं। जदों तक ये जड़ी सारी काया देह है मौत ने नहीं खाना की, उदों तक भजन करो। जप लागा बिकल भई नहीं बानी, जदों तक बोली व्याकुल नहीं हुई, भाव कंठ नहीं रुकिया, सो गला नहीं रुकिया है। बाजले रे मन सारिग पानी, हे मन तदों तक सारंगनामे तनख नूं पकड़न वाले परमात्मा नूं भाज लेना कर, सेव लेना कर। सो जदों गला रुक गया, रुधा कंठ शब्द नहीं उचरे। इत्थे शब्द नाम है आवाज का। गला रुक गया, विचों आवाज नहीं निकलेगी। क्या को करे प्राणी, दसो प्राणी की करेगा, कुछ नहीं कर पाउना। अब ना भजस भजस कब पाई, हे मेरे भरावो जेकर हुण मनुखा जन्म दे विच परमात्मा दा तुसीं भजन नहीं करोगे या भजन नहीं करता, फिर कदों भजना जपना करेंगा। आवे अंत ना भजिया जाई, जदों अखीर दा समा आ जांदा उस समय प्रभु भजिया सेविया सिमरिया नहीं जांदा। जो किश करह सोई अबसार, हुण जेड़ा कुछ भी सिमन भजन करेंगा वही हुण संभालना कर, वही श्रेष्ठ है, सफल हो जाएगा। भावें 5 मिनट कढ़, जदों तक चढ़ाई करना किन्ने मिनट जमा हो जाणगे। फिर पछतावह ना पावह पार, जदों मनुखा जन्म का समा लंघ गया मुड़ के पश्चाताप ही करेंगा, पर संसार तो पार होके मुक्ति का पारला किनारा नहीं हो पा सकेगा। इसलिए हुण ही भजन का समा है। अब न भजस भजस कब भाई, आवे अंत न भजिया जाई। जदों अंत आएगा उदों तेरे को भजन नहीं होना। कबीर काल करंदा अबै कर, अब करता सोई ताल, पाशे कछु न होएगा जो सिर पर आवे काल। इसलिए कबीर एक घड़ी आदि घड़ी आदि होते आद, भगतन सेती गोष्ठ जो कीने सो लाभ। भावें अद्धी घड़ी ओदी तो भी घड़ी समा सफल कर, पर भजन जरूर कर। सो सेवका जो लाया सेवा, भाई ओही परमात्मा दा असल सेवक दास है, जिहड़ा प्रभु ने अपनी भगती रूप टहल दे विच लाउणा कीता है। तिन ही पाए निरंजन देवा, तिसने ही प्रकाश रूप ते शुद्ध स्वरूप प्रभु जी प्राप्त कीते हन। गुर मिलता के खुले कबाट, गुरां नाल मिल के तां उस मनुख दे पंजां कोशां आसा अंदेसा रूप तख्ते खुल गए हन। बहुर नया जोनी बाट, मुड़ के वो मनुख 84 ਲੱਖ ਜੂਨਾਂ ਦੇ ਰਸਤਿਆਂ ਦੇ ਵਿੱਚ ਨਹੀਂ ਆਵੇਗਾ। ਇਹੀ ਤੇਰਾ ਅਵਸਰ ਇਹੀ ਤੇਰੀ ਬਾਰ, ਇਹ ਭਾਈ परमात्मा दे सिमरन भजन दा इहो कलयुग दा समा है।
ਅਤੇ ਇਹੀ ਮਨੁੱਖਾ ਜਨਮ ਦੀ ਤੇਰੀ ਵਾਰੀ ਹੈ। ਘਟ ਭੀਤਰ ਤੂੰ ਦੇਖ ਵਿਚਾਰ, ਤੂੰ ਆਪਣੀ ਹਿਰਦੇ ਦੇ ਭੀਤਰ ਵਿੱਚ ਵਿਚਾਰ ਕਰਕੇ ਨਿਰਣਾ ਕਰਕੇ ਵੇਖਣਾ ਕਰ। ਕਹਿਤ ਕਬੀਰਾ ਜੇਤ ਕੈ ਹਾਰ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਨਿਰਪੱਖ ਬਚਨ ਕਹਿੰਦੇ ਹਾਂ। ਚਾਹੇ ਹੁਣ ਭਜਨ ਕਰਕੇ ਮਨੁੱਖਾ ਜਨਮ ਜਿੱਤ ਲੈਣਾ ਕਰ, ਤੇ ਜਾਂ ਵਿਸ਼ਿਆਂ ਵਿੱਚ ਲੱਗ ਕੇ ਹਾਰ ਜਾਣਾ ਕਰ। ਇਹ ਹੁਣ ਫੈਸਲਾ ਤੇਰੇ ਹੱਥ ਵਿੱਚ। ਬਾਜ਼ਾਰ ਦੇ ਵਿੱਚ ਦੁਕਾਨਾਂ ਸਾਰੀਆਂ ਹੁੰਦੀਆਂ ਨੇ, ਭਾਵੇਂ ਪਿਓ ਵੱਲੋਂ ਦਿੱਤੀ ਹੋਈ ਮਾਇਆ ਲਾਟਰੀਆਂ ਪਾ ਪਾ ਕੇ ਹੀ ਬਰਬਾਦ ਕਰ ਦਿਓ। ਲਾਟਰੀ ਵੀ ਇੱਕ ਜੂਆ ਹੈ। ਗੁਰਦੁਆਰੇ ਦੇ ਬੰਦਿਆਂ ਲਈ ਜੂਆ ਖੇਡਣਾ ਮਨਾ ਹੈ। ਵੇਖੋ ਮਹਾਂਭਾਰਤ ਦਾ ਯੁੱਧ ਇਹੀ ਗੱਲ ਕਾਰਨ ਬਣੀ। ਪਹਿਲਾਂ ਤਾਂ ਜੂਆ ਖੇਡ ਕੇ ਹਾਰ ਗਏ, ਮੁੜ ਕੇ ਅਗਲੇ ਨੇ ਦਿੱਤਾ ਕੁਛ ਨਹੀਂ, ਫਿਰ ਲੜਾਈ ਹੋਈ। ਧ੍ਰਿਤਰਾਸ਼ਟਰ ਵਰਗੇ ਧਰਮੀ ਪੁੱਤਰ ਵੀ ਉਹਨਾਂ ਦੀ ਮੱਤ ਮਾਰੀ ਗਈ। ਵੇਖੋ ਉਹ ਨਹੀਂ ਬਖਸ਼ੇ ਗਏ, ਜੂਏ ਵਿੱਚ ਸਭ ਕੁਛ ਹੀ ਬਰਬਾਦ ਹੋ ਗਿਆ। ਤੇ ਸਾਡੀ ਏਡੀ ਕਿਸਮਤ ਨਹੀਂ ਰੱਬ ਨੇ ਤੇਜ ਲਿਖੀ ਵੀ ਲਾਟਰੀ ਨਿਕਲ ਆਊਗੀ। ਇਸ ਵਾਸਤੇ ਜਿਹੜਾ ਜੂਆ ਖੇਡਣਾ, ਲਾਟਰੀ ਪਾਉਣੀ ਹੈ ਜਾਂ ਕੁਛ ਹੋਰ ਕੰਮਾਂ ਦੇ ਵਿੱਚ ਪੈਸਾ ਬਰਬਾਦ ਕਰਨਾ, ਅੱਜ ਕੱਲ੍ਹ ਨਵਾਂ ਹੀ ਕੰਮ ਚੱਲਿਆ। ਕੱਲ੍ਹ ਮੈਨੂੰ ਕਿਸੇ ਦਾ ਫੋਨ ਆਇਆ ਵੀ ਤੁਹਾਡੇ ਘਰ ਆਉਣਾ, ਤੇ ਮੈਨੂੰ ਉਸੇ ਵਕਤ ਸੁੱਝ ਗਈ। ਮੈਂ ਕਿਹਾ ਵੀ ਕੋਈ ਸਕੀਮ ਲੈ ਕੇ ਆ ਰਹੇ ਹੋ? ਵੀ ਹੱਥ ਜੋੜੇ ਵੀ ਆਪਾਂ ਤਾਂ ਅੱਕੇ ਪਏ ਹਾਂ ਸਕੀਮਾਂ ਤੋਂ, ਕੋਈ LIC ਦੀ ਜਾਂ ਕੋਈ ਹੋਰ ਇਹੋ ਜਿਹੀਆਂ ਗੱਲਾਂ ਨਾ ਕਰਿਓ। ਕਹਿੰਦੇ ਨਹੀਂ ਨਹੀਂ ਪ੍ਰੋਡਕਟ ਨੇ। ਮੈਂ ਉਹੀ ਖਾ ਖਾ ਕੇ ਸਰੀਰ ਬਰਬਾਦ ਕੀਤਾ ਪਿਆ। ਉਹ ਜਿੰਨੇ ਚਾਹੀਦੇ ਨੇ ਪੈਸੇ ਲੈ ਜਿਓ, ਪਰ ਸਰੀਰ ਤਾਂ ਬਾਜੂ ਨਾ ਕਮ ਸੇ ਕਮ। ਨਾ ਕੋਈ ਡਾਕਟਰ ਦੀ ਡਿਗਰੀ, ਪੁਰਾਣੇ ਲੋਕ ਪੜ੍ਹ ਕੇ ਕੋਈ MBBS ਕੋਈ MD ਕਰਕੇ ਡਾਕਟਰ ਬਣਦਾ ਸੀ। ਤੁਸੀਂ ਫੋਨ 'ਤੇ ਵੇਖੋ, ਮੈਂ ਜੀ ਡਿਜੀਸ਼ੀਅਨ ਪਲਵੀ ਬੋਲਦੀ ਹਾਂ ਜੀ। ਉਹ ਮੇਰੇ ਵਰਗਾ ਵੀ ਅਨਪੜ੍ਹ ਬੰਦਾ ਵੀ ਡਿਜੀਸ਼ੀਅਨ ਬਣੀ ਜਾਂਦਾ। ਚੰਗੇ ਭਲੇ ਬੰਦੇ ਨੂੰ ਆ ਸ਼ੂਗਰ ਦੀ ਆ ਜੀ, ਬਲੱਡ ਪ੍ਰੈਸ਼ਰ, ਤੁਸੀਂ ਆਪਦੇ ਘਰ ਆ ਜੀ, ਹੱਥ ਜੋੜੇ ਮੱਥਾ ਟੇਕਿਆ। ਸਾਥੋਂ ਤੁਸੀਂ ਕੀ ਲੈਣਾ? ਉਹ ਮੰਗ ਲਓ ਜਿੰਨੇ ਪੈਸੇ ਚਾਹੀਦੇ ਨੇ। ਜ਼ਰੂਰ ਅਗਲੇ ਦਾ ਸਰੀਰ ਨਿਆਣੇ ਬਰਬਾਦ ਕਰਨੇ। ਜ਼ਹਿਰ ਖਵਾ ਕੇ ਆਖੇ ਜੀ ਆਇਆ ਜੀ ਆਉਂ ਜੀ। ਕੋਈ ਵੀ ਗਰਮ ਚੀਜ਼ ਬਿਨਾਂ ਮਤਲਬ ਤੋਂ ਜ਼ਹਿਰ ਹੀ ਤਾਂ ਹੈ। तो इस वास्ते खुराक भी जो लोड़ तो वध खावांगे वो भी जहर बन जाऊगी। बेवजह ही डाइट लैन का मतलब की होया भला। डॉक्टर तो ये भी कहते भी रोटी भी अद्धी घट खाओ, मतलब जिन्नी लोड़ है उन्नी, जे लोड़ ही नहीं फिर प्रोडक्टां का मतलब की होया। मैं कहा भी ना तो आप मैंबर बनना ना किसी को बनाना। इत्थे गुरुद्वारे के सामने मैं खड़ा, कोई गल करनी आ जाओ, चाह पानी पीना कर ले जाएंगे। तो ये नवा ही काम चलिया होया है, क्योंकि काम कोई नहीं रहा। मोदी साहब ने सब करप्ट कर देते, टैक्स टुक्स ला के वो दुनिया में बस कोई काम है, एक दूजे तो ठगी मारनी, मैंबर बनाओ जी, आ स्कीम जी, आओ स्कीम जी, आप तके पाई सुन सुन के। तो इसलिए महाराज सच्चे पातशाह जी की कृपा होवे ते भजन बंदगी सेवा ते सिमरन साडा चित जुड़े। चंगे पासे साडा मन नहीं है, बुरे पासे बुरे काम को उठ खड़ोया। नाम की बेला पै पै सोया। दड़ा सट्टा लाना किसी स्कीम दे विच जां किसी शेयर मार्केट दे विच बड़े बंदे बर्बाद होए ने। फिर रोंदे आपदी किस्मत नूं बह के। ते एक ने होर फोन किया, मैं क्या भी तू अज तक काम किन्ने किन्नियां स्कीमां, कहंदा पता नहीं किन्नियां, मैनूं भी नहीं याद रही। कमाई भी हुई 25-25 हज़ार का कहंदा चैक आउंदा रहा। मैं क्या करदा की हुण दस, पाठ ही करदा ना, रौला ही लाउणा। साडे कर्मां च रब ने रौला लिखियां ने। जिहड़ी बरकत है वो तो पाठ पूजा, आपदी मेहनत की कमाई, भावें तुहाडी 200 रुपया दिहाड़ी ते भावें 300 है।
ਜਿਹੜਾ ਤੁਸੀਂ ਕੰਮ ਸਿੱਖਿਆ, ਜਿਹੜਾ ਜਨਮ ਤੋਂ ਲੈ ਕੇ ਆਪਾਂ ਕਰ ਰਹੇ ਹਾਂ, ਉਹਦੇ 'ਚ ਹੀ ਰੱਬ ਬਰਕਤ ਪਾਊਗਾ। ਜਿਹੜਾ ਇੱਧਰ ਉੱਧਰ ਝੂਠ ਸੱਚ ਹੈ, ਇਹਦੇ ਨਾਲ ਤਾਂ ਬਰਬਾਦੀ ਜਿੰਨਾ ਆਉਂਦਾ ਉਹਦੇ ਤੋਂ ਡਬਲ, ਸਗੋਂ ਦੂਜਾ ਵੀ ਹੁੰਜਾ ਮਾਰ ਕੇ ਲੈ ਜਾਂਦਾ। ਮੈਂ ਤਾਂ ਅੱਜ ਤੱਕ ਕੋਈ ਬੇੜਾ ਵੇਖਿਆ ਨਹੀਂ ਅਮੀਰ। ਇਸ ਵਾਸਤੇ ਬਾਜ਼ਾਰ ਦੇ ਵਿੱਚ ਦੁਕਾਨਾਂ ਸਾਰੀਆਂ ਨੇ, ਭਾਵੇਂ ਬੰਦਾ ਆਪਦਾ ਪੈਸਾ ਬਰਬਾਦ ਕਰ ਦੇ ਪਿਓ ਵੱਲੋਂ ਦਿੱਤਾ ਹੋਇਆ, ਤੇ ਭਾਵੇਂ ਉਹਦੇ ਤੋਂ ਅੱਗੇ ਮਿਹਨਤ ਕਰਕੇ ਅੱਗੇ ਕਮਾਈ ਕਰ ਲਵੇ। ਮਹਾਰਾਜ ਕਹਿੰਦੇ ਨੇ ਫਿਰ ਪਛਤਾਹੋ ਨਾ ਪਾਵੋ ਪਾਰ, ਮੁੜ ਕੇ ਤੂੰ ਪਛਤਾਤਾਪ ਕਰੇਗਾ ਪਰ ਤੂੰ ਪਾਰ ਨਹੀਂ ਉਤਰ ਸਕਣਾ। ਜਦ ਤੇਰਾ ਮਨੁੱਖਾ ਜਨਮ ਦਾ ਸਮਾਂ ਲੰਘ ਗਿਆ, ਜਿਵੇਂ ਪ੍ਰਤੱਖ ਪੈਸਾ ਪਿਓ ਦਾ ਦਿੱਤਾ, ਵਿਸ਼ਿਆਂ ਵਕਾਰਾਂ ਦੇ ਵਿੱਚ ਜਾਂ ਲਾਟਰੀਆਂ ਦੇ ਵਿੱਚ, ਜੂਏ ਦੇ ਵਿੱਚ ਜਾਂ ਸਕੀਮਾਂ 'ਚ ਬਰਬਾਦ ਕੀਤਾ। ਕਮਾਈ ਕੋਈ ਕੀਤੀ, ਕੰਮ ਕੋਈ ਕੀਤਾ ਨਹੀਂ, ਐਵੇਂ ਤੁਰੇ ਫਿਰਦੇ ਰਹੇ ਵਿਹਲੇ, ਕਦੀ ਕਿਸੇ ਨੂੰ ਸਮਝਾ, ਕਦੀ ਕਿਸੇ ਨੂੰ ਮੈਂਬਰ ਬਣਾ। ਤੋ ਇਸ ਵਾਸਤੇ ਉਹ ਕੁਛ ਬਣਿਆ ਨਹੀਂ, ਜਿਸ ਤਰ੍ਹਾਂ ਉਹ ਬਰਬਾਦ ਹੋ ਗਿਆ, ਇਸ ਤਰ੍ਹਾਂ ਸਾਡੇ ਸਵਾਸ ਵਾਹਿਗੁਰੂ ਪਿਤਾ ਨੇ ਇੱਕ ਪੂੰਜੀ ਰੂਪ, ਧਨ ਰੂਪ ਦੇ ਵਿੱਚ ਦਿੱਤੇ ਹੋਏ ਨੇ। ਇਹ ਤੇਰੇ ਹੱਥ ਹੈ ਵੀ ਤੂੰ ਉਹਨੂੰ ਵਿਸ਼ਿਆਂ 'ਚ ਲਾਉਣਾ, ਬੇਸਵਾਗਾਮੀ ਹੋਣਾ, ਤੇ ਜਾਂ ਕਿਸੇ ਹੋਰ ਪਾਪ ਕਰਮ ਦੇ ਵਿੱਚ ਇਹਨਾਂ ਨੂੰ ਫਜ਼ੂਲ ਕਮਾਉਣਾ ਹੈ, ਤੇ ਜਾਂ ਸਤ ਸੰਗਤ ਦੇ ਵਿੱਚ ਗੁਰੂ ਘਰ ਆ ਕੇ ਸੇਵਾ ਕਰਨੀ ਹੈ ਤੇ ਸਿਮਰਨ ਕਰਨਾ, ਇਹਨੂੰ ਸਫਲ ਬਣਾਉਣਾ ਹੈ। ਇਹ ਹੁਣ ਤੇਰੇ ਹੱਥ ਹੈ। ਜਦ ਮਨੁੱਖਾ ਜਨਮ ਦਾ ਸਮਾਂ ਲੰਘ ਗਿਆ, ਮੁੜ ਕੇ ਪਛਤਾਤਾਪ ਕਰੇਗਾ, ਪਰ ਸੰਸਾਰ ਤੋਂ ਪਾਰ ਹੋ ਕੇ ਮੁਕਤੀ ਦਾ ਪਾਰਲਾ ਕਿਨਾਰਾ ਨਹੀਂ ਤੂੰ ਪਾ ਸਕੇਗਾ। ਕਹਿਤ ਕਬੀਰਾ ਜੀਤ ਕੈ ਹਾਰ। ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਤੂੰ ਇਹ ਜਿਹੜਾ ਸਾਡਾ ਬਚਨ ਹੈ, ਇਹਨੂੰ ਮੰਨ ਕੇ ਮਨੁੱਖਾ ਜਨਮ ਜਿੱਤ ਲੈਣਾ ਕਰ। ਜਿੱਤਣ ਦਾ ਮਤਲਬ ਇਹ ਹੈ ਕਿ ਜਿਹੜੇ ਸਵਾਸ ਨੇ, ਇਹਨੂੰ ਸੰਗਤ ਦੇ ਵਿੱਚ ਲਾ ਕੇ, ਸਿਮਰਨ ਦੇ ਵਿੱਚ ਲਾ ਕੇ ਸਫਲ ਕਰ। ਕਿਸੇ ਨੇ ਘੋੜਾ ਵੇਚ ਕੇ ਉਹਦਾ ਮੁੱਲ ਵੱਟ ਲਿਆ ਹੋਵੇ, ਲੋਕਾਂ ਨੇ ਮੁਹਾਵਰਾ ਬਣਾਇਆ ਨਾ, ਪੰਜਾਬੀ ਦਾ ਮੁਹਾਵਰਾ ਵੀ ਹੋਵੇ ਘੋੜੇ ਵੇਚ ਕੇ ਸੁੱਤਾ ਹੀ ਹੋਏ। ਉਹਨਾਂ ਦਾ ਬੜਾ ਕੰਮ ਹੈ, ਉਹਨਾਂ ਦੀ ਸੇਵਾ ਸੰਭਾਲ, ਖਾਣਾ ਪੀਣਾ, ਕੋਈ ਚੋਰ ਨਾ ਚਰਾ ਕੇ ਲੈ ਜਾਏ। ਜੇ ਵਿਕ ਗਏ ਘੋੜੇ, ਆਪਦੀ ਬੋਝੀ ਗਰਮ ਕਰਕੇ ਤੇ ਸਰਾਣੇ ਰੱਖ ਕੇ ਸੌਂ ਜਾਓ, ਕੋਈ ਫਿਕਰ ਹੀ ਨਹੀਂ। ਘੋੜੇ ਜੋ ਵਿਕ ਗਏ, ਅਗਲੇ ਘਰ ਭਾਵੇਂ ਜਾ ਕੇ ਬਿਮਾਰ ਹੋ ਜਾਏ ਤੇ ਭਾਵੇਂ ਉਹ ਚੜ੍ਹਾਈ ਕਰ ਜਾਏ, ਵੇਚਣ ਵਾਲੇ ਨੂੰ ਤਾਂ ਪ੍ਰੋਫਿਟ ਹੋ ਗਿਆ। ਤੋ ਜਿੰਨੇ ਸਰੀਰ ਦਾ ਘੋੜਾ ਵੇਚ ਕੇ ਮੁੱਲ ਵੱਟ ਲਿਆ, ਸੰਗਤ ਦੇ ਵਿੱਚ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਬਚਨੀ ਹਾਟ ਬਿਕਾਨਾ, ਜਿਤ ਲਾਇਆ ਤਿਤ ਲਾਗਾ। ਰੱਜ ਕੇ ਬਾਣੀ ਪੜ੍ਹੀ, ਰੱਜ ਕੇ ਸੇਵਾ ਕੀਤੀ, ਇਹਦਾ ਮੁੱਲ ਤੇ ਆਪਾਂ ਵੱਟ ਲਿਆ, ਤੇ ਹੁਣ ਭਾਵੇਂ ਅੱਜ ਹੀ ਚੜਾਈ ਕਰ ਜਾਏ, ਸਾਨੂੰ ਕੀ। ਸ਼ਾਂਤੀ ਰੂਪੀ ਨੀਂਦ ਦੇ ਵਿੱਚ ਫਿਕਰ ਤਾਂ ਉਹਨੂੰ ਹੈ ਜਿਹਨੇ ਕੋਈ ਸੇਵਾ ਨਹੀਂ ਕੀਤੀ, ਸਿਮਰਨ ਨਹੀਂ ਕੀਤਾ। ਇਸ ਲਈ ਉਹ ਜਿਹੜੇ ਜਵਾਨੀ ਦੇ ਵਿੱਚ ਕੰਮ ਨਹੀਂ ਕਰਦੇ, ਆਪਦੇ ਬੈਂਕ ਦੇ ਵਿੱਚ ਕੋਈ ਪ੍ਰੋਫਿਟ ਨਹੀਂ ਰੱਖਦੇ, ਕੋਈ ਬੈਲੈਂਸ ਨਹੀਂ ਰੱਖਦੇ, ਉਹ ਬੁੱਢੇ ਹੋ ਕੇ ਸੋਚਾਂ ਸੋਚਦੇ ਰਹਿੰਦੇ ਨੇ, ਚਿੰਤਾ ਦੇ ਵਿੱਚ ਵੀ ਸਾਡਾ ਗੁਜ਼ਾਰਾ ਕਿਵੇਂ ਹੋਊਗਾ। ਤੇ ਜਿਨ੍ਹਾਂ ਆਪਦੇ ਜਵਾਨੀ ਦੇ ਵਿੱਚ ਪੂਰਾ ਕੰਮ ਕੀਤਾ, ਉਹਨਾਂ ਨੂੰ ਬੜਾ ਫਿਕਰ ਕੀ ਆ, ਉਹਨਾਂ ਨੇ ਆਪਦੇ ਗੁਜ਼ਾਰੇ ਦਾ ਸਾਧਨ ਬਣਾਇਆ ਹੋਇਆ। ਇਸ ਲਈ ਜਿੰਨਾ ਚਿਰ ਸਰੀਰ ਚੱਲਦਾ ਫਿਰਦਾ ਹੈ, ਉਹਨਾਂ ਚਿਰ ਸੇਵਾ ਸਿਮਰਨ ਕਰਕੇ ਇਹਨੂੰ ਸਫਲ ਬਣਾਉਣਾ ਚਾਹੀਦਾ। ਫਿਰ ਬਜ਼ੁਰਗ ਹੋਇਆਂ ਤੋਂ ਵੀ ਬਿਰਤੀ ਟਿਕੀ ਰਹਿੰਦੀ ਹੈ। ਜੇ ਜਵਾਨੀ 'ਚ ਬੰਦਾ ਪੁੱਠੇ ਕੰਮ ਕਰਦਾ ਰਿਹਾ, ਫਿਰ ਇਹ ਸੋਚੇ ਵੀ ਮੈਂ ਹੁਣ ਚਿੱਟੀ ਦਾੜੀ ਹੋ ਗਈ ਤੇ ਮੈਂ ਚੰਗੇ ਕਰਮਾਂ ਵੱਲ ਆਪਦੇ ਮਨ ਦੀ ਸੋਚ ਬਦਲ ਲਵਾਂ, ਕੋਈ ਭਾਗਾਂ ਵਾਲੀ ਰੂਹ ਹੈ ਜਿੱਥੇ ਮਹਾਰਾਜ ਦੀ ਕਿਰਪਾ ਹੋ ਜਾਏ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਕਬੀਰ ਜੋ ਬਣ ਜਾਂਦੇ ਨਾ ਡਰਾਂ, ਜੈਸੇ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋ ਬਣ ਪ੍ਰੀਤ ਬਿਨ, ਸੁੱਖ ਗਏ ਕੁਮਲਾਏ। ਫਰੀਦ ਸਾਹਿਬ ਦਾ ਬਚਨ ਕਹਿੰਦੇ ਜਵਾਨੀ ਚਲੀ ਜਾਏ ਤਾਂ ਭਾਵੇਂ ਚਲੀ ਜਾਏ, ਪਰ ਮੈਂ ਆਪਦੇ ਸਿਮਰਨ ਭਜਨ ਸੇਵਾ ਵਾਲਾ ਕਰਮ ਨਹੀਂ ਛੱਡਾਂਗਾ। ਇਸ ਮਨੁੱਖਾ ਜਨਮ ਦਾ ਇਹ ਲਾਭ ਹੈ
ਇਹਨੂੰ ਗੁਰੂ ਘਰ ਵੇਚ ਕੇ ਸਵਾਸਾਂ ਦੀ ਜਿਹੜੀ ਪੂੰਜੀ ਇਹਨੂੰ ਸਫਲ ਬਣਾ ਲਓ। ਇਹਦਾ ਲਾਭ ਖੱਟਣਾ ਕਰੋ। 1 ਸਵਾਸ 2 ਸਵਾਸ 10 ਸਵਾਸ ਭੇਟਾ ਕਰਕੇ ਘੜੀ ਘੰਟਾ ਇਹਦੇ ਤੋਂ ਸੋ 1 ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ ਆਪ ਤਰੇ ਤਾਰੀਨ ਸਿਰਠਾ। ਆਪਦੇ ਟੱਬਰ ਦਾ ਵੀ ਭਲਾ ਕਰੋ। ਦੀਨ ਦਇਆਲ ਭਰੋਸੇ ਤੇਰੇ ਸਭ ਪਰਿਵਾਰ ਚੜਾਇਆ ਮੇੜ। ਇਸ ਲਈ ਕਬੀਰ ਜੀ ਕਹਿੰਦੇ ਨੇ ਕਿ ਭਾਈ ਅਸੀਂ ਨਿਰਪੱਖ ਬਚਨ ਕਹਿੰਦੇ ਹਾਂ, ਚਾਹੇ ਹੁਣ ਭਜਨ ਸਿਮਰਨ ਕਰਕੇ ਮਨੁੱਖਾ ਜਨਮ ਜਿੱਤ ਲਾ ਤੇ ਜਾਂ ਫਿਰ ਤੁਰਿਆ ਫਿਰ ਵਿਸ਼ਿਆਂ 'ਚ ਲਾ ਕੇ ਇਹਨੂੰ ਹਾਰ ਜਾਣਾ ਕਰ। ਬਹੁ ਬਿਦ ਕਹਿਓ ਪੁਕਾਰ ਪੁਕਾਰ। ਫਿਰ ਨਾ ਆਖਿਓ ਵੀ ਬਾਬਿਆਂ ਨੇ ਦੱਸਿਆ ਨਹੀਂ ਹੈ। ਅਸੀਂ ਤਾਂ ਰੌਲਾ ਪਾ ਪਾ ਕੇ ਬਹੁਤ ਤਰ੍ਹਾਂ ਕਰਕੇ ਢੰਡੋਰਾ ਦੇ ਦੇ ਕੇ ਤੇ ਦੱਸ ਰਹੇ ਹਾਂ, ਕਹਿ ਰਹੇ ਹਾਂ। ਕੋਈ ਸੁਣੇ ਤੇ ਭਾਵੇਂ ਨਾ ਸੁਣੇ। ਸੇਵਕੀ ਪੂਰੀ ਬਸੈ ਬੁੱਧ ਸਾਰ। ਇੱਕ ਵਾਰ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜੋਗੀ ਆਇਆ। ਉਹਨੇ ਯੋਗ ਦੇ ਮਾਰਗ ਬਾਬਤ ਬਚਨ ਪੁੱਛੇ। ਤਦੋਂ ਉਸਨੂੰ ਯੋਗ ਮਾਰਗ ਬਾਰੇ ਦੱਸਦੇ ਹੋਏ ਕਥਨ ਕਰਦੇ ਨੇ ਕਿ ਹੇ ਭਾਈ, ਸ਼ਿਵ ਨਾਮ ਹੈ ਕਲਿਆਣ ਸਰੂਪ। ਉਹ ਕੌਣ ਹੈ? ਪਰਮਾਤਮਾ। ਉਹਦੀ ਪੁਰੀ ਕਿਹੜੀ ਹੈ? 10ਵਾਂ ਦੁਆਰ। ਜਿਸ ਤਰ੍ਹਾਂ ਜਿਹੜਾ ਜੋਗੀ ਹੈ, ਯੋਗਾ ਅਭਿਆਸ ਕਰਨ ਵਾਲਾ, ਉਹ ਸ਼ਿਵ ਜੀ ਦੀ ਪੁਰੀ ਦੇ ਵਿੱਚ ਪਹੁੰਚ ਜਾਂਦਾ ਹੈ। ਤੇ ਅਸੀਂ 10ਵੇਂ ਦੁਆਰ ਰੂਪੀ ਨਗਰੀ ਵਿੱਚ ਜਿਹੜੀ ਸ੍ਰੇਸ਼ਟ ਮੱਤ ਵਾਲੇ ਜੁੜੇ ਹੋਏ ਨੇ ਪਰ ਗੁਰਮੁਖ ਨਾਮ ਸਿਮਰਨ ਭਜਨ ਦੇ ਵਿੱਚ, ਉਹ ਕਲਿਆਣ ਸਰੂਪ ਪ੍ਰਭੂ ਦੀ 10ਵੇਂ ਦੁਆਰ ਰੂਪੀ ਪੁਰੀ ਨਗਰੀ ਵਿੱਚ ਹਮੇਸ਼ਾ ਵਸਦੇ, ਜਾਂ ਜੋ 10 ਇੰਦਰੀਆਂ ਦਾ ਪ੍ਰਕਾਸ਼ਕ ਹੈ ਉਹਦੇ ਚੇਤਨ ਦੇ ਵਿੱਚ ਵਸਦੇ ਹਨ। ਤਹ ਤੁਮ ਮਿਲ ਕੇ ਕਰਹੁ ਵਿਚਾਰ। ਉਹਨਾਂ ਜੋਗੀਆਂ ਗੁਰਮੁਖ ਬ੍ਰਹਮ ਗਿਆਨੀਆਂ ਨਾਲ ਤੂੰ ਮਿਲ ਕੇ ਯੋਗ ਅਭਿਆਸ ਦੀ ਵਿਚਾਰ ਕਰ। ਇਹ ਕਬੀਰ ਜੀ, ਤੁਹਾਡੇ ਤੋਂ ਬਿਨਾਂ ਅਸੀਂ ਹੋਰ ਕਿਸ ਨੂੰ ਪੁੱਛਣਾ ਕਰੀਏ? ਕਿਰਪਾ ਕਰਕੇ ਤੁਸੀਂ ਹੀ ਦੱਸੋ, ਸਾਡੇ ਲਈ ਤਾਂ ਤੁਸੀਂ ਜੋਗੀ ਹੋ। ਤਦ ਉੱਤਰ ਵਿੱਚ ਕਥਨ ਕਰਦੇ ਹਨ। ਈਤ ਊਤ ਕੀ ਸੂਚੀ ਪਾਰ। ਭਾਈ, ਜੇਕਰ ਇਸ ਚੰਦਰਮਾ ਦੀ ਏੜਾ ਸੁਰ ਨੂੰ ਖੱਬੀ ਨਾਸਕਾ ਦੁਆਰਾ ਤੇ ਉਸ ਭਾਵ ਸੂਰਜ ਦੀ ਪਿੰਗਲਾ ਸੁਰ ਨੂੰ ਸੱਜੀ ਨਾਸਕਾ ਦੁਆਰਾ ਪ੍ਰਾਣ ਚੜਾਉਣ ਅਤੇ ਸੁਖਮਨਾ ਨਾੜੀ ਦੁਆਰਾ ਪ੍ਰਾਣ ਟਿਕਾਉਣ ਦੀ ਸਮਝ ਪੈ ਜਾਵੇ। ਕੌਣ ਕਰਮ ਮੇਰਾ ਕਰ ਕਰ ਮਾਰਾ। ਤਾਂ ਫਿਰ ਕਿਹੜਾ ਕਰਮ ਕਾਂਡਾਂ ਨੂੰ ਮੇਰ ਤੇਰ ਕਰਕੇ ਮਰਦਾ ਫਿਰੇ? ਇਸ ਯੋਗ ਨਾਲ ਹੀ ਕਾਰਜ ਸਿੱਧ ਹੋ ਜਾਏਗਾ। ਭਾਵ ਚਿੱਤ ਦੀ ਬਿਰਤੀ ਦਾ ਨਿਰੋਧ ਹੋ ਜਾਏਗਾ। ਯੋਗ ਦੀ ਡੈਫੀਨੇਸ਼ਨ ਇਹ ਹੈ, ਚਿੱਤ ਬਿਰਤੀ ਨਿਰੋਧਾ ਸਾ ਯੋਗਾ। ਜਿਹੜੀ ਚਿੱਤ ਦੀ ਬਿਰਤੀ ਨੂੰ ਰੋਕਣਾ ਇਹੀ ਯੋਗ ਹੈ। ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਜਿਹੜੇ ਜੋਗੀ ਨੇ ਉਹ ਪਹਿਲਾਂ ਤਾਂ ਚੌਂਕੜਾ ਮਾਰਦੇ ਨੇ, ਪਤਾ ਨਹੀਂ ਕਿੰਨੇ ਕਿੰਨੇ ਉਹਨਾਂ ਦੇ ਆਸਨ, ਕਦੀ ਪੈਰ ਥੱਲੇ ਰੱਖੋ, ਕਦੀ ਉੱਤੇ ਰੱਖੋ, ਕਦੀ ਕੁਛ ਕਦੀ ਕੁਛ, ਤੇ ਮੁੜ ਕੇ ਫਿਰ ਰੀੜ੍ਹ ਦੀ ਹੱਡੀ ਸਿੱਧੀ ਰੱਖਦੇ ਨੇ। ਸਾਡੇ ਕੋਲ ਤਾਂ ਬੈਠਾ ਹੀ ਨਹੀਂ ਜਾਂਦਾ। ਤੇ ਜਦੋਂ ਚੇਤਾ ਜੇ ਫਿਰ ਸਿੱਧੇ ਹੋ ਜਾਈਦਾ, ਫਿਰ ਉਹ ਪਿੰਡ ਪੈ ਜਾਂਦਾ। ਤੇ ਉਹਦੇ ਤੋਂ ਬਾਅਦ ਅੱਖਾਂ ਬੰਦ ਕਰਦੇ। ਸਾਡੀ ਅੱਖਾਂ ਬੰਦ ਹੁੰਦੀਆਂ ਹੀ ਨਹੀਂ। ਤੇ ਮਹਾਰਾਜ ਨੇ ਵੈਸੇ ਅੱਖਾਂ ਤਾਂ ਦਿੱਤੀਆਂ ਵੇਖਣ ਵਾਸਤੇ ਹੀ ਨੇ। ਸਵਾਦ ਤਾਂ ਜੇ ਅੱਖਾਂ ਖੁੱਲੀਆਂ ਤਾਂ ਸਮਾਧੀ ਲੱਗੀ ਰਹੇ। ਮੈਂ ਬ੍ਰਹਮ ਗਿਆਨੀਆਂ ਦੇ ਦਰਸ਼ਨ ਕੀਤੇ ਨੇ। ਆਪ ਤਾਂ ਨਹੀਂ ਸਾਨੂੰ ਕੁਛ ਵੀ ਆਉਂਦਾ, ਨਾ ਕੋਈ ਸਾਡੀ ਸੁਰਤੀ ਬਿਰਤੀ ਇਕਾਗਰ ਹੈ, ਪਰ ਇਕਾਗਰਤਾ ਵਾਲਿਆਂ ਨਾਲ ਰਹੇ ਜ਼ਰੂਰ ਹੈ। ਤੇ ਮੈਂ ਵੇਖਦਾ ਰਿਹਾ, ਉਹਨਾਂ ਨੂੰ ਵਾਚ ਕਰਦਾ ਰਿਹਾ। ਸਾਡਾ ਕੰਮ ਹੀ ਹੈ ਤਰਕਸ਼ੀਲ ਸੁਸਾਇਟੀ। ਹਰੇਕ ਤੇ ਤਰਕ ਕਰਨੀ ਔਰ ਉਹਨੂੰ ਵੇਖਣਾ ਵੀ ਇਹ ਕਰਦਾ ਕੀ ਹੈ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ, ਆਪਾਂ ਧਿਆਨ ਰੱਖਦੇ ਰਹੇ ਹਾਂ ਕਿ ਸ਼ਾਮ ਦੇ 6 ਵਜੇ ਤੋਂ ਲੈ ਕੇ ਉਹਨਾਂ ਸਮਾਧੀ ਚਲੇ ਜਾਣੇ, ਸਾਡੇ ਨਾਲ ਤੁਰੇ ਫਿਰਨਾ, ਕਥਾ ਕੀਰਤਨ ਸੰਗਤਾਂ 'ਚ ਵੀ ਆਉਣਾ, ਚੌਰ ਸਾਹਿਬ ਸੇਵਾ, ਲੰਗਰ ਜਿੱਥੇ ਹੋਣਾ, ਘਰਾਂ 'ਚ ਵੀ ਜਾਣਾ। ਪਰ ਕੋਈ ਗੱਲ ਕਰਨੀ, ਕਹਿਣਾ ਹੂੰ ਹਾਂ, ਜਿਸ ਤਰ੍ਹਾਂ ਬੰਦਾ ਹੁੰਦਾ ਹੀ ਨਹੀਂ। ਉਹ ਮੈਨੂੰ ਇੱਕ ਵਾਰ ਯਾਦ ਹੈ ਵੀ ਮੈਂ ਮਾੜਾ ਜਿਹਾ ਕੰਨ 'ਚ ਬਚਨ ਕਰਕੇ ਤੇ ਚਲਾ ਗਿਆ। ਕਿਸੇ ਨੇ ਪੁੱਛਿਆ 2-4 ਦਿਨਾਂ ਬਾਅਦ, ਕਹਿੰਦੇ ਵੀ ਆਇਆ ਤਾਂ ਸੀਗਾ ਪਰ ਬੋਲ ਕੇ ਪਤਾ ਨਹੀਂ ਕੀ ਗਿਆ।
दसिया भी सीगा। मैनू कहते चेता भुल गया। कोई भी गल करनी तो रात के 12 बजे तक नहीं कोई भी करनी, अमृत वेले करनी, पता ही ना लगना। अखां खुलियां तो शरीर जिहड़ा वो डावाडोल रहना। और निक्के छोटे बच्चियां वांग सेजा ते इस तरह पैना भी जिस तरह दीन दुनिया की समझ कोई नहीं। भावें लागे ढोल खड़कदा रहे, जो मर्जी हुंदा रहे, ध्यान ही नहीं देना। पर 12 बजे तो बाद इन्नी एक्टिविटी, इन्नी सावधानी, उठ के इशनान करके जवानों के नालों में जोर, आप गुटखा फड़ के अनका लैके 5 ग्रंथी दिन चढ़े तक नित्यनेम कर लेना। तो इस तरीके दे नाल बंद करन तो समाधि जबरदस्ती लाने का मतलब की होया? खुली तो समाधि होनी चाहिए। गल तो ध्यान की एकाग्रता की है। इस वास्ते सो महाराज के नाम दे विच ते मर्यादा दे विच रहिंदियां होया जिहड़ी बिरती नूं रोक लेना, यही गुरसिखां दा योग है, जो कि वो हमेशा ही आपदे मन ते पहरा रखदे ते हमेशा जागदे ने। वो अखां बंद करके समाधि की नींद विच सौंदे नहीं हैं। 10वें द्वार की कोई बहुत वड्डी समाधि नहीं, वो मछंदर नाथ वर्गे भटक गए थे। मन निर्मल नहीं। 10वें द्वार गुरु घर च 10वें द्वार की कोई अहमियत नहीं। अहमियत मन की एकाग्रता की है। शब्द दे विच सुरती जोड़न दी है। साची लवै बिन देह निमाणी, देह निमाणी लवै बाजो, क्या करे बेचारिया, तुद बात समरथ कोई नाही, कृपा कर बनवारिया। तो भावें अखां खोल के इस तरह ही जोड़ लो मूँह दे विच, ते भावें 10वें द्वार च भी चढ़ जाओ। जे नहीं जुड़ी तो कोई फायदा नहीं। जोगी स्वासा नूं रोकदा, करदा कुछ है नहीं। गुरसिख जिहड़ा स्वासा नाल मिला के वाहिगुरू वाहिगुरू करदा, जे 10वें द्वार दे भी दर्शन होण तां उत्थों भी वाहिगुरू नाम दी धुनी सुनदा है। तो इसलिए मैं कर्म कांडां तो रहत हो गया हाँ ते 10 द्वारियां दा चेतन उच मेरी बिरती जुड़ गई है। तो महाराज कहते हैं निज पद ऊपर लागो ध्यान, अपनी 10वें द्वार रूपी पदवी ते बिरती चढ़ाउण करके मेरा ध्यान लग गया है। तुन मैं ध्यान में जानिया। जिहड़ा जोगी है वो रोशनियां च ध्यान आउंदा जो 10वें द्वार दे विच दिखदियां। 10वें द्वार च जिहड़ी आवाज़ आउंदी ओहदे चों ध्यान जोड़दा है। पर गुरु दा सिख वावे कन्ना हाही सारी गगी औंकड़ रारे दलैंकड़, वाहिगुरू नाम च ध्यान जोड़दा। ते जिवें जिवें ध्यान जुड़िया जाए तिवें तिवें गुरबाणी दे अखर चमकदे ने। ਉਹਦੇ ਚੋਂ ਪ੍ਰਕਾਸ਼ ਫਿਰ ਪ੍ਰਕਾਸ਼ ਸਰੂਪ ਦੇ ਵਿੱਚ ਧਿਆਨ ਚਲਿਆ ਜਾਂਦਾ। ਅਰਥਾਂ ਦੇ ਵਿੱਚ ਮਹਾਰਾਜ ਦੇ ਪ੍ਰਕਾਸ਼ ਚੇਤਨ ਸਰੂਪ ਦੇ ਵਿੱਚ ਧਿਆਨ ਜੋੜਦਾ ਹੈ। ਕੋਈ ਪੱਥਰ 'ਚ, ਕੋਈ ਮੂਰਤੀ ਦੇ ਵਿੱਚ ਜਾਂ ਕਿਸੇ ਆਵਾਜ਼ 'ਚ ਜਿਹੜਾ ਸ਼ਬਦ ਹੈ ਉਹ ਸੁਰਤੀ ਨੂੰ ਪ੍ਰਕਾਸ਼ 'ਚ ਲੈ ਜਾਂਦਾ। ਕਿਉਂ? ਧੁਨ ਮੈਂ ਧਿਆਨ ਵਾਜਿਆਂ 'ਚ ਨਹੀਂ, ਵਾਹਿਗੁਰੂ ਨਾਮ ਦੀ ਧੁਨੀ ਵਿੱਚ। ਤੇ ਅੱਖਾਂ ਦਾ ਜਿਹੜੀ ਨਿਗਾਹ ਉਹ ਮਹਾਰਾਜ ਦੇ ਅੱਖਰਾਂ 'ਚ ਜਾਂ ਅਰਥਾਂ ਦੇ ਵਿੱਚ। तो इस तरह धुन में ध्यान, ध्यान में जानिया गुरमुख अकथ कहानी। धुनी दे विच जा ध्यान जुड़ गया, ध्यान चों ही प्रकाश आया। इयों प्रकाश दे विच आत्मा परात्मा एको करे। ये गुरमुखां दी अकथ कहानी है जिहड़ी कथन कहन को सोझी नाही। जो पेखै तिस बन आवे। 10वें द्वार रूपी पदवी ते बिरती चढ़ाउण करके मेरा ध्यान लग गया। राजा राम नाम मोरा ब्रह्म ज्ञान, उथे राजा रूप प्रभु दा नाम ही मेरे ताई ब्रह्म ज्ञान दी पदवी देने वाला है। या ब्रह्म दे 10वें द्वार रूप स्थान उत्ते राजा स्वरूप प्रभु दा नाम ही ज्ञान की प्राप्ति कराउण वाला है। इसलिए मैं नाम का अभ्यास करता हाँ। विश्राम दे के फरमान करते हैं। मूल द्वार बंदिया बंद, मूल द्वारे नूं जिहड़ी अपान वायु जांदी सीगी इस नूं खब्बी अड्डी दा बन ला के बन्नना रोकना करे। इस नूं मूल बंद कहंदे ने। या उपसस्त इंद्री उपर सजी अड्डी रख के जलंधर बंद बनना करे। पर कह रखे चंद, फिर सूरज की
ਸੁਰ ਪਿੰਗਲਾ ਉੱਪਰ ਚੰਦਰਮਾ ਦੀ ਸੁਰ ਏੜਾ ਨੂੰ ਪਕੜ ਕੇ ਰੱਖੇ। ਭਾਵ ਜਦੋਂ ਸੂਰਜ ਦੀ ਸੁਰ ਨਾਲ ਅੰਦਰ ਗਰਮੀ ਵੱਧ ਜਾਵੇ ਤਦੋਂ ਚੰਦਰਮਾ ਦੀ ਸੁਰ ਖੱਬੀ ਨਾਸਿਕਾ ਦੁਆਰਾ ਪ੍ਰਾਣ ਚੜਾਉਣਾ ਕਰੇ। ਸਾਡਾ ਤਾਂ ਧਿਆਨ ਵੀ ਨਹੀਂ ਲੱਗਦਾ, ਅੱਖਾਂ ਬੰਦ ਕਰੀਏ ਤਾਰੇ ਜੇ ਦੇਖਦੇ ਨੇ ਪਰਵੱਟਿਆਂ ਵਿਚਕਾਰ ਧਿਆਨ ਲਈਏ ਸਿਰ ਪੀੜ ਹੋਣ ਲੱਗ ਪੈਂਦਾ, ਦਸਤਾਰ ਲਾਉਣ ਨੂੰ ਜੀ ਕਰਦਾ, ਕਿਉਂ ਸਿਰ 'ਤੇ ਭਾਰ ਪੈ ਜਾਂਦਾ ਸਾਰਾ ਹੀ। ਤੋ ਇਸ ਲਈ ਇਹ ਕੰਮ ਬੜਾ ਔਖਾ ਹੈ। ਮਹਾਰਾਜ ਨੇ ਆਖਿਆ ਵੀ ਸਿੱਧੇ ਹੀ ਜਿਹੜਾ ਜੱਟ ਹੈ ਉਹ ਸਿੱਧਾ ਹੀ ਛੱਟਾ ਮਾਰਦਾ, ਜਿਹੜਾ ਦਾਣਾ ਡਿੱਗ ਪਿਆ ਧਰਤੀ 'ਚ ਉਹਨੇ ਉੱਗਣਾ ਹੀ ਉੱਗਣਾ। ਭਾਵੇਂ ਲੰਮੇ ਪੈ ਕੇ ਕਹੋ ਅਤੇ ਭਾਵੇਂ ਬਹਿ ਕੇ ਅਤੇ ਭਾਵੇਂ ਢੋਲ ਆ ਕੇ ਅਤੇ ਭਾਵੇਂ ਤੁਰ ਫਿਰ ਕੇ ਵਾਹਿਗੁਰੂ ਕਹੋ ਜ਼ਰੂਰ। ਬਸ ਬੀਜ ਬੀਜੋ ਸਹੀ ਸਰੀਰ ਦੀ ਧਰਤੀ, ਫਲ ਜ਼ਰੂਰ ਮਿਲੇਗਾ। ਪੱਛਮ ਦੁਆਰ ਸੂਰਜ ਤਾਪੈ, ਜਦੋਂ ਅੰਦਰ ਠੰਡ ਵਰਤ ਜਾਏ ਤਦੋਂ ਪਿਛਲੇ ਪਾਸੇ ਕੰਗਰੋੜ ਨਾੜੀ, ਇਹਦੇ ਚੋਂ ਮਿੱਝ ਕੱਢਣ ਵਾਸਤੇ ਸੂਰਜ ਦੀ ਸੱਜੀ ਸੁਰ ਪਿੰਗਲਾ ਨੂੰ ਤਪਾਉਣਾ ਕਰੇ। ਆਹ ਸੈਰਾ ਜੰਮਦੇ ਕਈ ਪੈਂਦੇ ਨੇ, ਮੈਂ 2 ਕੁ ਦਿਨ ਪਿਆ, ਉਹਨੇ ਇੰਨੀ ਹੀਟ ਚਾੜਤੀ ਅੱਜ ਤੱਕ ਹੀ ਖਤਮ ਨਹੀਂ ਹੋਈ। ਇਹੋ ਜਿਹਾ ਡਿਫੈਕਟ ਪਾਤਾ ਰੀੜ ਦੀ ਹੱਡੀ 'ਚ ਹੀਟ ਦੇ ਨਾਲ। ਤੇ ਇਸ ਲਈ ਇਹ ਵੀ ਕੰਮ ਕਲਯੁਗੀ ਸਰੀਰ ਹੈ, ਸਾਡੇ ਫਿੱਟ ਨਹੀਂ ਹੈ। ਮੇਰ ਡੰਡ ਸਿਰ ਉੱਪਰ ਬਾਸਾ, ਕਹਿੰਦੇ ਰੀੜ ਦੀ ਹੱਡੀ 'ਚੋਂ ਜਦ ਮਿੱਝ ਢਲ ਜਾਂਦੀ ਹੈ ਤਦੋਂ ਕੰਗਰੋੜ ਨਾਲ ਲੱਗੀ ਹੋਈ ਜਿਹੜੀ ਸੁਖਮਨਾ ਨਾੜੀ ਹੈ ਇਹ ਸਵਾਸ ਖਿੱਚ ਕੇ 10ਵੇਂ ਦੁਆਰ ਵਿੱਚ ਲੈ ਜਾਂਦੀ ਹੈ। ਫਿਰ ਉਹ ਜੋਗੀ ਸਿਰ ਉੱਪਰ ਭਾਵ 10ਵੇਂ ਦੁਆਰ ਦੇ ਵਿੱਚ ਵੱਸਦਾ ਹੈ। ਮਹਾਰਾਜ ਦਾ ਨਾਮ ਹੀ ਜਿੱਥੇ ਲੈ ਜਾਏ ਵਾਹ ਪੜੀ ਹੈ। ਪੱਛਮ ਦੁਆਰੇ ਕੀ ਸਲਯੋੜਾ, 10ਵਾਂ ਦੁਆਰ ਕਿੱਥੇ ਹੈ? ਇਹ ਭਾਈ ਪਿਛਲੇ ਪਾਸੇ ਦੀ ਤਰਫ ਭਾਵ ਪਿੱਠ ਦੇ ਪਿੱਛੇ ਗਰਦਨ ਜਿਹੜੀ ਹੈ ਕੰਗਰੋੜ ਨਾੜੀ ਦੇ ਉੱਪਰ ਮਿੱਝ ਦੀ ਬੋਟੀ ਰੂਪ ਸਿਲਾ ਹੈ ਜਾਂ ਭੁਜੰਗਮਾ ਨਾੜੀ ਰੂਪ ਸਿਲਾ ਜਿਸ ਨੇ ਸੁਖਮਨਾ ਦਾ ਦਰ ਬੰਦ ਕੀਤਾ ਹੋਇਆ ਹੈ। ਜਿਹੜਾ 5ਵਾਂ ਨੇਤਰ ਹੈ ਉਹ ਪਿਛਲੇ ਪਾਸੇ ਹੈ। ਤਿਸ ਲਈ ਉੱਪਰ ਖਿੜਕੀ ਔਰ, ਉਹ ਸਿਲਾ ਮਾਸ ਦੀ ਬੋਟੀ ਤੇ ਜਿੱਥੇ ਗਰਦਨ ਖਤਮ ਹੁੰਦੀ ਹੈ ਹੋਰ ਛੋਟੀਆਂ ਛੋਟੀਆਂ ਮਾਸ ਦੀਆਂ ਬੋਟੀਆਂ ਰੂਪ ਖਿੜਕੀਆਂ ਨੇ। ਖਿੜਕੀ ਉੱਪਰ 10ਵਾਂ ਦੁਆਰ, ਚੜ੍ਹ ਕੇ ਭੁਜੰਗਮਾ ਨਾੜੀ ਸੁਖਮਨ ਨਾੜੀ ਦਾ ਉੱਪਰ ਜਿੱਥੇ ਜੂੜਾ ਕਰੀਦਾ ਵਿਚਕਾਰ ਤਾਲੂ ਪੋਲਾ ਜਿਹਾ ਹੁੰਦਾ ਬੱਚਿਆਂ ਦਾ, ਇਉਂ ਮਾਸ ਦੀਆਂ ਛੋਟੀਆਂ ਛੋਟੀਆਂ ਬੋਟੀਆਂ ਰੂਪ ਖਿੜਕੀਆਂ ਦੇ ਉੱਪਰ ਹਜ਼ਾਰਾਂ ਗੁਣਾ ਪ੍ਰਕਾਸ਼ ਹੀ ਪ੍ਰਕਾਸ਼ ਦਿਖਦਾ। ਜੋ ਬ੍ਰਹਮੰਡ ਵਿੱਚ ਉਹ ਪਿੰਡ ਸਰੀਰ ਦੇ ਵਿੱਚ ਹੀ ਪ੍ਰਤੀਤ ਹੋਣ ਲੱਗ ਪੈਂਦਾ, ਉਹਨੂੰ 10ਵਾਂ ਦੁਆਰ ਕਹਿੰਦੇ ਨੇ। ਕਹਿ ਕਬੀਰ ਤਾ ਕਾ ਅੰਤ ਨਾ ਪਾਰ, ਫਿਰ ਉਸ ਦਾ ਪਾਰ ਉਰਾਰ ਕਰਕੇ ਅੰਤ ਨਹੀਂ ਪਾਇਆ ਜਾਂਦਾ। ਜਿਹੜਾ ਉੱਥੇ ਪਹੁੰਚ ਜਾਂਦਾ, ਜਿਹੜਾ ਉੱਥੇ ਪਹੁੰਚਦਾ ਉਹ ਹੈ ਜੋਗੀ। ਪਰ ਜਿਹੜਾ ਗੁਰੂ ਦਾ ਸਿੱਖ ਹੈ ਉਹ 10ਵੇਂ ਦੁਆਰ ਤੋਂ ਬਾਹਰ ਨਿਕਲ ਜਾਂਦਾ, ਸੋ ਹੈ ਸਾਧ। ਗੁਰਮੁਖ ਸਾਧ ਅਸਾਧ ਸਾਧ ਵਖਾਣੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਬਣਾਇਆ ਹੈ। ਜੋਗੀ ਤੋਂ ਬਾਅਦ ਸਾਧ ਬ੍ਰਹਮ ਗਿਆਨ ਦੀ ਅਵਸਥਾ 10ਵੇਂ ਦੁਆਰ ਸਰੀਰ ਤੋਂ ਵੀ ਉੱਪਰ ਹੋ ਜਾਣਾ। ਉਹ ਤਾਂ ਫਿਰ ਸਰੀਰ 'ਚ ਹੀ ਰਹਿ ਜਾਣਾ ਜੇ 10ਵੇਂ ਦੁਆਰ 'ਚ ਬੈਠਾ ਰਿਹਾ। ਸਰੀਰ ਤੋਂ ਤਾਂ ਉੱਪਰ ਹੋਣਾ ਹੈ। ਰਜੋ ਸਤੋ ਤਮੋ ਤੋਂ ਤੁਰਿਆ 'ਚ ਜਾਣਾ, ਤੁਰਿਆ ਅਤੀਤ ਅਵਸਥਾ ਦੇ ਵਿੱਚ ਪਹੁੰਚਣਾ ਗੁਰੂ ਦੇ ਸਿੱਖ ਨੇ। ਇਸ ਲਈ ਗੁਰਦੁਆਰੇ ਦੀ ਕਥਾ ਜਿਹੜੀ ਹੈ ਉਹ ਕਥਨ ਨਹੀਂ ਕੀਤੀ ਜਾਂਦੀ, ਉਹ ਤਾਂ ਮਹਾਰਾਜ ਆਪ ਹੀ ਜਿਹਨੂੰ ਦਿਖਾ ਦੇਣ। ਇਹ ਸੁਣ ਕੇ ਜੋਗੀ ਦਾ ਚਿੱਤ ਪ੍ਰਸੰਨ ਹੋ ਗਿਆ। ਤਦੋਂ ਭਗਤ ਸਾਹਿਬ ਜੀ ਦੇ ਕੋਲ ਇੱਕ ਪ੍ਰੇਮੀ ਆਇਆ, ਉਹਨੇ ਫਿਰ ਗੁਰਮਤਿ ਜੋਗ ਬਾਰੇ ਪੁੱਛਿਆ। ਉਹ ਆਪਾਂ ਇਸੇ ਸ਼ਬਦ ਨੂੰ ਕੱਲ੍ਹ ਵਿਚਾਰਾਂਗੇ। ਭੁੱਲਾਂ ਚੁੱਕਾਂ ਮਾਫ਼ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਖਿੜਕੀ ਉੱਪਰ 10ਵਾਂ ਦੁਆਰ, ਕਹੇ ਕਬੀਰ